ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। हम मैले तुम उजल करते, हम निर्गुण तुम दाता। हम मूरख तुम चतुर सियाणे, तुम सर्ब कला का ज्ञाता। माधो हम ऐसे तू ऐसा, हम पापी तुम पाप खंडन, नीको ठाकुर दिसा। बेशुमार अथाह अगंत अतुल, ज्यों बुलावो त्यों नानक दास बुलै। ज्ञान ध्यान किछ कर्म न जाना, सार न जाना तेरी। सब ते वड्डा सतगुर नानक, जिन कल राखी मेरी। हाँ जी। सतनाम श्री वाहिगुरु जीओ। एक ओंकार सतनाम करता पुरख, निर्भौ निर्वैर अकाल मूरत। अजूनी सैभं गुर प्रसाद। राग सुही महला पहला, चौपदे घर पहला। भांडा धोए बैस धूप देवहो, तौ दूधै कौ जावहो। दूध करम फुन सुरत समायण, होए निरास जमावहो। हाजरा हजूर जहरा जहूर सर्ब कला भरपूर, चवर छतर तखत दे मालक बरदो आलम शाह श्री गुरु ग्रंथ साहब महाराज जी दी पावन हजूरी अंदर सुभायमान गुरु प्यारे सन्मानयोग सतसंगी जनों, आप सच्चे पातशाह हजूर दे दीवाना दी हाज़री भर रहे हो। महाराज ने उदम बख्शे, सच्चे पातशाह जी ने स्वास बख्शे और ये मौका बख्शिया सुभाग भरिया गुरु की संगत विच आके कीर्तन कथा सरवण करके मन जोड़न दा। लड़ीवार शब्द विचार 728 अंक ते पहुँची है। धन गुरु नानक साहब महाराज जी का ये बचन आप जी ने सरवण किया है। सूही राग की आरंभता है इस बचन तो। सूही राग है ही सुहाग का राग। सूही सूहे तो बनया, सूहा मतलब लाल रंग, सुहाग का रंग, मिलाप का रंग। और इस राग दे विच जिन्ने शब्द ने वो बहुत आत दे विच वाहिगुरु मिलाप दे ने। सो आप असीस बख्शो। विचारा आरंभ करिए, कोई भी रसना वांझी ना रहे। गज वज के गुरु बख्शी फतेह सांझी करो। आखो जी वाहिगुरु जी का खालसा, वाहिगुरु जी की फतेह। मंगलाचरण है जी। एक ओंकार सतनाम करता पुरख, निर्भौ निर्वैर अकाल मूरत अजूनी सैभं गुर प्रसाद। पार ब्रह्म परमेश्वर एक है और सारिਆਂ ਦੇ ਵਿੱਚ मौजूद है। ਉਹਦੀ ਕਾਰ सदा निरंतर रहन वाली है। इस धरती ते असी आके मर खप के चले जावांगे, पर उन्हें कदी नहीं जाना, ना वो आने वाला ना जाने वाला है। सत नाम सदा रहन वाला, जिदा नाम सच्चा करता पुरख
ਕੀਤਾ ਕਰਨਾ ਸਰਬ ਰਜ਼ਾਈ। ਉਸ ਪੁਰਖ ਦਾ ਹੀ ਹੁਕਮ ਚੱਲਦਾ ਸੀ, ਸਾਰੀਆਂ ਉਹਦੀਆਂ ਹੀ ਨਾਰਾਂ। ਨਿਰਭਉ ਨਿਰਵੈਰ, ਉਹ ਭਾਉ ਤੋਂ ਰਹਿਤ ਹੈ, ਨਾ ਉਹਨੂੰ ਕਿਸੇ ਦਾ ਵੈਰ ਹੈ। ਅਕਾਲ ਮੂਰਤ, ਅਤੇ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਫਿਰ ਉਹ ਵੀ ਕਿਸੇ ਦਾ ਵੈਰ ਹੀ ਨਹੀਂ ਰਹਿੰਦਾ, ਉਹ ਕਿਸੇ ਦਾ ਭਾਉ ਨਹੀਂ ਰੱਖਦਾ ਅਤੇ ਉਹ ਸਭ ਨੂੰ ਖਿਮਾ ਕਰ ਦਿੰਦਾ। ਉਹ ਮਨ ਵਿੱਚ ਕੋਈ ਮਨ ਮੁਟਾਵ ਨਹੀਂ ਰੱਖਦਾ। ਅਜੂਨੀ ਆਪਣੇ ਆਪ ਦੇ ਵਿੱਚ ਸਹਿ ਭੰਗ ਲਫ਼ਜ਼ ਹੈ। ਅਜੂਨੀ ਦਾ ਮਤਲਬ ਹੈ ਜੂਨਾ ਤੋਂ ਰਹਿਤ। ਸਹਿ ਭੰਗ ਆਪ ਹੀ ਆਪਣੇ ਆਪ ਨੂੰ ਪ੍ਰਗਟ ਕਰਨ ਵਾਲੇ ਨੇ ਵਾਹਿਗੁਰੂ ਗੁਰ ਪ੍ਰਸਾਦ। ਪਰ ਇਹ ਅਵਸਥਾ ਗੁਰੂ ਦੀ ਕਿਰਪਾ ਨਾਲ ਹਾਸਲ ਹੁੰਦੀ ਹੈ। ਰਾਗ ਸੂਹੀ, ਸੂਹੀ ਰਾਗ ਆਪ ਜੀ ਨੂੰ ਦੱਸਿਆ ਸੁਹਾਗ ਦਾ ਰਾਗ ਹੈ, ਔਰ ਇਸੀ ਰਾਗ ਦੇ ਵਿੱਚ ਗੁਰੂ ਰਾਮਦਾਸ ਜੀ ਦੀਆਂ ਲਾਵਾਂ ਪੜ੍ਹੀਆਂ ਜਾਂਦੀਆਂ ਨੇ। ਲਾਵਾਂ ਦਾ ਪਾਠ ਵੀ ਸੂਹੀ ਰਾਗ ਦੇ ਵਿੱਚ ਹੈ, ਔਰ ਇਹ ਰਾਗ ਪਾਰਬ੍ਰਹਮ ਪਰਮੇਸ਼ਵਰ ਦੇ ਮਿਲਾਪ ਦੀ ਸੁਹਾਗਣ ਜੀਵ ਇਸਤਰੀ ਹੋਣ ਦੀ ਨਿਸ਼ਾਨੀ ਵੱਲ ਲੈ ਕੇ ਜਾਂਦਾ ਹੈ। ਔਰ ਬਹੁਤਾਤ ਵਿੱਚ ਸ਼ਬਦ ਮਿਲਾਪ ਦੇ ਨੇ। ਪਹਿਲਾ ਸ਼ਬਦ ਆਪ ਜੀ ਨੇ ਜੋ ਸਰਵਣ ਕਰ ਰਹੇ ਹੋ, ਵਿਚਾਰ ਦੇ ਵਿੱਚ ਸਰਵਣ ਕਰਨਾ ਹੈ। ਰਾਗ ਸੂਹੀ ਮਹੱਲਾ ਪਹਿਲਾ, ਚੌਪਦੇ। ਚੌਪਦੇ ਚੌਪਦਿਆਂ ਦੇ ਸ਼ਬਦਾਂ ਦੀ ਲੜੀ ਹੈ। ਘਰ ਪਹਿਲਾ, ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁਧਹਿ ਕੋ ਜਾਵੋ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਸ਼ਬਦ ਦੇ ਵਿੱਚ 3 ਉਦਾਹਰਣ ਲੈਂਦੇ ਹੈ। ਪਹਿਲਾਂ ਦੁੱਧ ਦਾ ਭਾਂਡੇ ਦੇ ਅੰਦਰ ਪਾਉਣਾ, ਦੂਸਰਾ ਉਸ ਭਾਂਡੇ ਨੂੰ ਜਾਗ ਲਾ ਕੇ, ਉਸ ਦੁੱਧ ਨੂੰ ਜਾਗ ਲਾ ਕੇ ਦਹੀਂ ਬਣਾਉਣਾ ਅਤੇ ਦਹੀਂ ਨੂੰ ਰਿੜਕ ਕੇ ਫਿਰ ਮੱਖਣ ਕੱਢਣਾ। ਫਿਰ ਉਸ ਤੋਂ ਬਾਅਦ ਜਿਹੜਾ ਤੀਸਰਾ ਉਦਾਹਰਣ ਲਿਆ ਗਿਆ ਇਹਦੇ ਵਿੱਚ, ਜਿਸ ਤਰ੍ਹਾਂ ਬਾਹਰੋਂ ਪੂਜਾ ਕਰਦੇ ਨੇ ਲੋਕ, ਦੇਖਦੇ ਹਾਂ ਅਸੀਂ ਕਿ ਉਹ ਆਪਣੇ ਇਸ਼ਟ ਨੂੰ ਗੁਟਕੇ ਵਿੱਚ ਸੰਪਟ ਕਰਕੇ ਅਤੇ ਆਪਣੇ ਨਾਲ ਲੈ ਕੇ ਜਾਂਦੇ ਹੈ। ਫਿਰ ਉਹਨਾਂ ਨੂੰ ਸਥਾਪਿਤ ਕਰਕੇ ਪੱਤੀਆਂ ਅਤੇ ਫੁੱਲ ਨਾਲ ਪੂਜਾ ਕਰਦੇ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਉਸ ਪੂਜਾ ਨਾਲੋਂ ਤੇ ਮਨ ਨੂੰ ਸੰਪਟ ਕਰੋ ਅਤੇ ਪਾਰਬ੍ਰਹਮ ਪਰਮੇਸ਼ਵਰ ਅੱਗੇ ਭਾਵਨਾ ਦੀਆਂ ਪੱਤੀਆਂ ਅਰਪਿਤ ਕਰੋ। ਫਿਰ ਦੇਖੋ ਮਨ ਨੂੰ ਭਾਗ ਲੱਗਦੇ ਹੈ, ਤੁਹਾਡਾ ਮਨ ਜੁੜਦਾ ਹੈ। ਸੋ ਇਹਦੇ ਵਿੱਚ ਰਹਾਉ ਦੀ ਤੁਕ, ਜਪੋ ਤਾਂ ਏਕੋ ਨਾਮਾ। ਸਿੱਧਾ ਮਹਾਰਾਜ ਜੀ ਨੇ ਕਿਹਾ ਕਿ ਜਿਹੜਾ ਨਾਮ ਜਪਣਾ ਹੈ ਉਹ ਸਿਰ ਕਰਮਨ ਸਿਰ ਕਰਮਾ ਹੈ, ਕਰਮਾਂ ਦੇ ਉੱਤੇ ਕਰਮ ਹੈ, ਸਭ ਤੋਂ ਉੱਚਾ ਕਰਮ ਹੈ। ਬਾਕੀ ਸਾਰੇ ਕਰਮ ਮਹਾਰਾਜ ਜੀ ਕਹਿੰਦੇ ਨਿਹਫਲ ਨੇ। ਭਾਂਡਾ ਧੋਏ ਬੈਸ ਧੂਪ ਦੇਵੋ, ਸਵਾਣੀਆਂ ਭਾਂਡਾ ਧੋਂਦੀਆਂ ਨੇ। ਗੰਦੇ ਭਾਂਡੇ ਵਿੱਚ ਦੁੱਧ ਨਹੀਂ ਟਿਕਦਾ, ਦੁੱਧ ਨਹੀਂ ਪਵਾਇਆ ਜਾਂਦਾ। ਇਹ ਸਾਖੀ ਵੀ ਚਲਦੀ ਹੈ। ਭਗਤ ਰਵਿਦਾਸ ਕੋਲ ਇੱਕ ਆਇਆ ਦੋਧੀ, ਉਹ ਕਹਿੰਦਾ ਮੈਨੂੰ ਨਾਮ ਦੀ ਗੱਲ ਦੱਸ ਦੇ ਰਵਿਦਾਸ ਜੀ, ਤੁਸੀਂ ਬੜੀ ਬੰਦਗੀ ਕੀਤੀ ਹੈ, ਮੈਨੂੰ ਵੀ ਦੱਸ ਦਿਓ। ਹੁਣ ਬੰਦਾ ਦੱਸਣ ਵਾਲਾ ਹੋਏ ਤੇ ਦੱਸੇ। ਅਗਲਾ ਗਾਹਕ ਹੀ ਨਹੀਂ ਹੈ। ਬਿਨ ਗਾਹਕ ਗੁਣ ਵੇਚੀ ਹੈ ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਵਿਕਾਏ। 2-3 ਦਿਨ ਆਉਂਦਾ ਰਿਹਾ। ਭਗਤ ਰਵਿਦਾਸ ਕਹਿੰਦੇ ਤੇਰਾ ਕੰਮ ਕੀ ਹੈ? ਕਹਿੰਦੇ ਮੇਰਾ ਕੰਮ ਦੁੱਧ ਦਾ ਹੈ। ਕਹਿੰਦੇ ਲਿਆ ਫਿਰ ਦੁੱਧ ਦੇ ਦੇ ਮੈਨੂੰ, ਮੈਂ ਤੈਨੂੰ ਦੱਸ ਦਾਂਗਾ। ਕਹਿੰਦੇ ਗੱਲ ਹੀ ਕੋਈ ਨਹੀਂ, ਜਿੰਨਾ ਮਰਜ਼ੀ ਲਓ। ਉਹ ਦੁੱਧ ਆਪਣਾ ਲੈ ਕੇ ਆਉਂਦਾ, ਡੋਲਚੀ ਡੋਲੂ ਲੈ ਕੇ ਆਉਂਦਾ, ਪਾਉਣ ਲੱਗਦਾ ਅਤੇ ਅੱਗੇ ਭਗਤ ਰਵਿਦਾਸ ਜਿਹੜਾ ਭਾਂਡਾ ਕਰਦੇ ਆ ਉਹ ਗੰਦਲੇ ਪਾਣੀ ਵਾਲਾ ਭਰਿਆ ਹੋਇਆ, ਚਮੜੇ ਦਾ ਗੰਦਲਾ ਪਾਣੀ, ਮੁਸ਼ਕਿਆ ਪਾਣੀ। ਉਹ ਦੁੱਧ ਪਾਉਣ ਲੱਗਦਾ, ਰੁਕ ਜਾਂਦਾ, ਕਹਿੰਦਾ ਇਹ ਕੀ? ਭਾਂਡਾ ਤੇ ਸਾਫ਼ ਦਿਓ, ਗੰਦੇ ਪਾਣੀ 'ਚ ਦੁੱਧ ਥੋੜ੍ਹੀ ਟਿਕੇਗਾ, ਇਹ ਭਾਂਡਾ ਸਾਫ਼ ਹੋਣਾ ਚਾਹੀਦਾ। ਬਸ ਭਗਤ ਰਵਿਦਾਸ ਕਹਿੰਦੇ ਤੈਨੂੰ ਤੇਰੇ ਕੰਮ ਦਾ ਪਤਾ ਹੈ ਕਿ ਭਾਂਡਾ ਸਾਫ਼ ਹੋਏ ਤੇ ਤਾਂ ਦੁੱਧ ਟਿਕਦਾ, ਫਿਰ ਮੈਨੂੰ ਮੇਰੇ ਕੰਮ ਦਾ ਪਤਾ ਹੈ ਕਿ ਰੱਬ ਦੀ ਬੰਦਗੀ ਵੀ ਉਸ ਹਿਰਦੇ ਵਿੱਚ, ਇਹ ਨਾਮ ਦਾ ਦੁੱਧ ਉਸ ਹਿਰਦੇ ਵਿੱਚ ਟਿਕਦਾ ਜਿਹਦਾ ਭਾਂਡਾ ਸਾਫ਼ ਹੋਏ। ਜਾਂ ਪਹਿਲਾਂ ਭਾਂਡਾ ਸਾਫ਼ ਕਰਕੇ ਆ ਮਨ ਰੂਪੀ। ਹੁਣ ਇਹੀ ਮਹਾਰਾਜ ਜੀ ਇੱਥੇ ਸਮਝਾਉਂਦੇ ਆ। ਇੱਕ ਸਾਖੀ ਇਸ ਲਈ ਲਈ ਸੀ ਤਾਂ ਕਿ ਗੱਲ ਚੇਤੇ ਰਹਿ ਜਾਏ। ਸ਼ਬਦ ਪੜ੍ਹੋ ਅਤੇ ਤੁਹਾਨੂੰ ਸਾਖੀ ਚੇਤੇ ਆ ਜਾਏ। ਅਤੇ ਇਹਦੇ ਅਰਥ ਇਹ ਨੇ, ਭਾਂਡਾ ਧੋਇਆ ਜਾਂਦਾ, ਧੂਫ ਬੱਤੀਆਂ ਬਾਲ ਕੇ ਨਾ, ਪਹਿਲਾਂ ਭਾਂਡੇ 'ਤੇ ਜਰਾਸਮ ਮਾਰਨ ਵਾਸਤੇ ਧੂਫ ਬੱਤੀ ਵੀ ਦਿੱਤੀ ਜਾਂਦੀ ਸੀ ਭਾਂਡਿਆਂ ਨੂੰ ਪੁਰਾਣੇ ਸਮੇਂ 'ਚ। ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁਧਹਿ ਕੋ ਜਾਵੋ, ਤਾਂ ਉਸ ਭਾਂਡੇ ਵਿੱਚ ਦੁੱਧ ਪੈਂਦਾ। ਦੂਧ ਕਰਮ ਫੁਨ ਸੁਰਤ ਸਮਾਇਣ। ਪਰ ਮਹਾਰਾਜ ਕਹਿੰਦੇ ਇਹ ਬਾਹਰ ਦਾ ਦੁੱਧ ਦਾ ਉਦਾਹਰਣ ਲਿਆ, ਭਾਂਡਾ ਮੈਲਾ ਦੁੱਧ ਫਟ ਜਾਏਗਾ। ਇਸੀ ਤਰ੍ਹਾਂ ਅੰਦਰ ਸੁਰਤ ਮੈਲੀ ਹੈ, ਨਾਮ ਰੂਪੀ ਦੁੱਧ ਨਹੀਂ ਪੈ ਸਕਦਾ। ਇਹ ਦੁੱਧ ਕਿਹੜਾ ਹੈ? ਦੂਧ ਕਰਮ ਫੁਨ ਸੁਰਤ ਸਮਾਇਣ। ਦੂਧ ਜਿਹੜਾ ਸਾਡੇ ਚੰਗੇ ਕੀਤੇ ਹੋਏ ਕਰਮ,
ਤੁਸੀਂ ਕਿਰਤ ਵਿਹਾਰ ਕਰਦੇ ਹੋ, ਅਸੀਂ ਕਿਰਤ ਕਰੀਏ। ਕਿਰਤ ਕਰਦਿਆਂ ਕਰਦਿਆਂ ਸੁਰਤ ਸਮਾਇਣ, ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਨੂੰ ਸਮਾ ਕੇ ਰੱਖੀਏ ਤਾਂ ਕਿ ਸਾਡੇ ਕਰਮ ਮੈਲੇ ਨਾ ਹੋ ਜਾਣ। ਜਿਸ ਦਿਨ ਕਰਮ ਮੈਲੇ ਹੋ ਗਏ ਉਸ ਦਿਨ ਨਾਮ ਰੂਪੀ ਦੁੱਧ ਨਹੀਂ ਟਿਕੇਗਾ, ਭਾਂਡਾ ਮੈਲਾ ਹੋ ਗਿਆ। ਦੂਧ ਕਰਮ, ਕਰਮਾਂ ਦਾ ਦੁੱਧ ਹੈ। ਫੁਨ ਸੁਰਤ ਸਮਾਇਨ, ਸੁਰਤ ਸ਼ਬਦ ਵਿੱਚ ਸਮਾਈ ਰਹੇ। ਹੋਏ ਨਿਰਾਸ ਜਮਾਵੋ। ਇਸ ਤਰ੍ਹਾਂ ਫਿਰ ਦੁੱਧ ਜਦ ਭਾਂਡੇ ਵਿੱਚ ਪੈ ਜਾਏ ਤੇ ਉਹਨੂੰ ਜਮਾਉਣਾ ਵੀ ਹੈ। ਕਿਵੇਂ ਜਮਾਉਣਾ ਹੈ ਉਹ ਅੱਗੇ ਸਰਵਣ ਕਰੋ ਜੀ। ਜਪਹੁ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ ਰਹਾਉ। ਜੇ ਕੋਈ ਕਰਮਾ ਸਿਰ ਕਰਮਨ ਹੈ, ਉਹ ਸਾਰਿਆਂ ਤੋਂ ਉੱਤਮ ਕਰਮਨ ਸਿੰਘ ਕਰਮਾ ਉਹ ਹੈ ਨਾਮ ਜਪਣਾ। ਜਪਹੁ ਤਾਂ ਏਕੋ ਨਾਮਾ, ਪਾਰ ਬ੍ਰਹਮ ਵਾਹਿਗੁਰੂ ਦਾ ਨਾਮ ਜਪੋ। ਬਾਕੀ ਕੀਤੇ ਹੋਏ ਜਿੰਨੇ ਕਰਮ ਕਾਂਡ ਨੇ, ਮਹਾਰਾਜ ਕਹਿੰਦੇ ਅਵਰ ਨਿਰਾਫਲ ਕਾਮਾ, ਬਾਕੀ ਸਾਰੇ ਕਰਮ ਦਿਖਾਵੇ ਵਾਲੇ ਨਿਹਪਲ ਹੈ ਜੀ ਰਹਾਓ। ਇਹ ਮਨ ਈਟੀ ਹਾਥ ਕਰਹੁ, ਫੁਨ ਨੇਤਰੋ ਨੀਂਦ ਨ ਆਵੈ। ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵਹੁ। ਜਿਸ ਤਰ੍ਹਾਂ ਫਿਰ ਦੁੱਧ ਨੂੰ ਜਾਗ ਲਗਾ ਕੇ ਰੱਖ ਦਿੱਤਾ ਜਾਂਦਾ ਹੈ। ਬੰਦਿਆ ਤੂੰ ਸਾਰਾ ਦਿਨ ਕਿਰਤ ਵਿਹਾਰ ਕਰਨੀ ਹੈ, ਕਰਮ ਕਰਨੇ, ਗ੍ਰਸਥ ਵਿੱਚ ਜਿਉਣਾ ਹੈ। ਦੇਖੀ ਦੁੱਧ ਦੀ ਤਰ੍ਹਾਂ ਨਿਰਮਲ ਹੋਣ ਤੇਰੇ ਕਰਮ, ਤੇ ਦੂਸਰੀ ਤੇਰੀ ਸੁਰਤ ਗੁਰੂ ਦੇ ਸ਼ਬਦ ਵਿੱਚ ਹੋਏ। ਇਹ ਨਾ ਕਹੇ ਕਿ ਮੈਨੂੰ ਸਾਰਾ ਦਿਨ ਸਮਾਂ ਹੀ ਨਹੀਂ ਮਿਲਿਆ ਗੁਰੂ ਨੂੰ ਚੇਤੇ ਕਰਨ ਦਾ, ਬਲਕਿ ਕਰਮ ਕਰਦਿਆਂ ਤੇਰੇ ਮਨ ਵਿੱਚ ਗੁਰੂ ਦਾ ਚੇਤਾ ਰਹੇ। ਸਾਰਾ ਦਿਨ ਚੇਤਾ ਰਹੇਗਾ ਤੇ ਸਵੇਰੇ ਸ਼ਾਮ ਖਿੱਚ ਪਏਗੀ ਆਪੇ ਕਿ ਹੁਣ ਮੈਂ ਟਿਕ ਕੇ ਬੈਠਾਂ। ਜੇ ਸਾਰਾ ਦਿਨ ਚੇਤਾ ਹੀ ਨਹੀਂ ਰਿਹਾ ਗੁਰੂ ਦਾ, ਫਿਰ ਚੌਕੜਾ ਲਾ ਕੇ ਬਹਿਣ ਦਾ ਵੀ ਸਮਾਂ ਨਹੀਂ ਮਿਲੇਗਾ। ਖਿੱਚ ਅੰਦਰ ਦੀ ਖਿੱਚ ਬਿਠਾਏਗੀ। ਇਸ ਤਰ੍ਹਾਂ ਫਿਰ ਭਾਂਡੇ ਨੂੰ ਟਿਕਾਇਆ ਜਾਂਦਾ ਜਦ ਉਹਨੂੰ ਜਾਗ ਲਾਈ ਜਾਂਦੀ ਹੈ। ਕੋਈ ਸਵਾਣੀ ਕਹੇ ਮੈਂ ਭਾਂਡੇ ਦੇ ਵਿੱਚ ਦੁੱਧ ਹੈ ਉਹਨੂੰ ਜਾਗ ਲਾਤਾ ਹੈ, ਕਦੀ ਭਾਂਡੇ ਨੂੰ ਉੱਤੇ ਰੱਖ ਦੇ, ਕਦੀ ਥੱਲੇ ਰੱਖ ਦੇ, ਕਦੀ ਕਹੇ ਨਹੀਂ ਜੀ ਮੈਂ ਸੌਣ ਲੱਗੀਆਂ ਨਾਲ ਹੀ ਰੱਖ ਦਿੰਦੀ ਹਾਂ, ਕਦੀ ਕਹੇ ਮੈਂ ਫਰਿੱਜ ਵਿੱਚ ਰੱਖ ਦਿੰਦੀ ਹਾਂ, ਕਦੀ ਕਹੇ ਮੈਂ ਬਾਹਰਲੇ ਕਮਰੇ 'ਚ ਰੱਖ ਦਿੰਦੀ ਹਾਂ, ਕਦੀ ਕਹੇ ਨਹੀਂ ਬਾਲਕਨੀ 'ਚ ਰੱਖ ਦਿੰਦੀ ਹਾਂ। ਦੁੱਧ ਨੂੰ ਹੁਣ ਜਾਗ ਲਾਇਆ ਭੈਣੇ ਸੁਹਾਗਣੇ, ਘੜੀ ਛੱਡ ਦੇ ਇਹਨੂੰ। 4 5 6 ਘੰਟੇ ਇਹ ਭਾਂਡਾ ਟਿਕੇਗਾ ਤੇ ਇਹ ਦਹੀਂ ਬਣੇਗਾ। ਜਿਸ ਭਾਂਡੇ ਨੂੰ ਕਦੀ ਉੱਧਰ ਕਦੀ ਉੱਧਰ, ਕਦੀ ਉੱਤੇ ਕਦੀ ਥੱਲੇ, ਦੁੱਧ ਦਹੀਂ ਨਹੀਂ ਬਣ ਸਕਦਾ। ਇਹ ਨੇਮ ਹੈ। ਭਾਂਡਾ ਟਿਕਿਆ ਹੋਏਗਾ ਤੇ ਇਸ ਤਰ੍ਹਾਂ ਸਾਰਾ ਦਿਨ ਕਰਮ ਕਰੋ, ਕਿਰਤ ਵਿਹਾਰ ਸੁਕ੍ਰਿਤ ਕਰੋ, ਸੁਰਤ ਜੋੜੋ, ਪਰ ਕੁਝ ਚਿਰ ਬੈਠ ਕੇ ਚੌਕੜਾ ਲਾ ਕੇ ਵਾਹਿਗੁਰੂ ਵਾਹਿਗੁਰੂ ਵੀ ਜਪੋ। ਇਸ ਭਾਂਡੇ ਨੂੰ ਟਿਕਾਉਣਾ ਵੀ ਸਿੱਖੋ। ਜੇ ਭਾਂਡਾ ਸਾਰਾ ਦਿਨ ਕਦੀ ਕਬਹੂ ਜੀੜਾ ਉਬ ਚੜਤ ਹੈ, ਕਬਹੂ ਜਾਏ ਪਿਆਲੇ ਲੋਭੀ ਜੀੜਾ, ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ। ਇਸ ਸਰੀਰ ਨੂੰ ਹੋਏ ਨਿਰਾਸ ਜਮਾਵੋ। ਜੇ ਜਮਾਉਣਾ ਹੈ ਫਿਰ ਨਿਰਾਸ਼ ਹੋਵੋ। ਨਿਰਾਸ਼ ਦਾ ਮਤਲਬ ਹੈ ਵਿਰਾਗ ਹੋਵੋ ਥੋੜ੍ਹਾ ਚਿਰ। ਦੁਨੀਆ ਦੀਆਂ ਇਹ ਖਿੱਚਾਂ, ਮੋਹ, ਲੋਭ, ਅਹੰਕਾਰ, ਨਿੰਦਾ, ਚਿੰਦਾ, ਉਹਨੇ ਮੈਨੂੰ ਇਹ ਕਿਹਾ ਮੈਂ ਉਹਦੇ ਨਾਲ ਗੱਲ ਨਹੀਂ ਕਰਨੀ, ਉਹਨੇ ਮੇਰੇ ਫਲਾਣਾ ਕੀਤਾ, ਉਹਨੇ ਨੁਕਸਾਨ ਕੀਤਾ, ਇਹ ਸਾਰੇ ਬੋਝ ਲਾ ਕੇ ਨਿਰਾਸ਼ ਹੋ ਕੇ ਬਿਲਕੁਲ ਵਿਰਾਗ ਹੋ ਕੇ, ਜਿਹੜਾ ਪਹਿਲਾ ਸ਼ਲੋਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਪੜ੍ਹਦੇ ਹੋ ਨਾ ਕਿ ਬੰਦਿਆ ਤੂੰ ਕੀਤਾ ਕੀ ਹੈ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ, ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ। ਫਿਰ ਵਿਖਿਆਨ ਸਿਓ ਕਾਹੇ ਰਚਿਓ, ਨਿਮਖ ਨਾ ਹੋ ਹੈ ਉਦਾਸ। ਇਹ ਨਿਰਾਸ਼ ਹੈ ਕਿ ਸਾਰਾ ਦਿਨ ਵਿਖਿਆ ਵਿੱਚ ਰਚਿਆ ਰਿਹਾ, ਇੱਕ ਨਿਮਖ ਵਾਸਤੇ ਵੀ ਉਦਾਸ ਨਹੀਂ ਹੋਇਆ, ਨਿਰਾਸ਼ ਨਹੀਂ ਹੋਇਆ, ਆਪਣੇ ਨਾਲ ਨਹੀਂ ਬੈਠਾ, ਦੂਜਿਆਂ ਦਾ ਬੋਝ ਲਈ ਫਿਰਦਾ। ਇਵੇਂ ਤੇ ਤੇਰਾ ਸਿਮਰਨ ਨਹੀਂ ਹੋਏਗਾ। ਜਪਹੁ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ ਰਹਾਉ ਦੀ ਤੁਕ ਹੈ। ਕਹਿੰਦੇ ਫਿਰ ਜਦ ਜਾਗ ਲੱਗ ਜਾਏ ਨਾ, ਦਹੀਂ ਬਣ ਜਾਏ, ਫਿਰ ਸਵਾਣੀ ਅੰਮ੍ਰਿਤ ਵੇਲੇ ਉੱਠ ਕੇ ਕਹਿੰਦੇ ਉਸ ਜਾਗ ਦੇ ਵਿੱਚ ਮਧਾਣੀ ਪਾਉਂਦੀ ਹੈ ਅਤੇ ਮਧਾਣੀ ਨੂੰ ਰਿੜਕਦੀ ਹੈ। ਅਤੇ ਰਿੜਕਣਾ ਹਰ ਇੱਕ ਦੇ ਵੱਸ ਦਾ ਕੰਮ ਨਹੀਂ, ਸਾਰੀ ਦਿਹਾਤੀ ਹੈ, ਪੇਂਡੂ ਸ਼ਬਦਾਵਲੀ ਹੈ, ਪੇਂਡੂ ਕੰਮ ਨੇ। ਅੱਜ ਕੋਈ ਨਹੀਂ ਰਿੜਕਦਾ ਸਵੇਰੇ ਉੱਠ ਕੇ ਦਹੀਂ ਨੂੰ, ਅੱਜ ਕੋਈ ਨਹੀਂ ਰਿੜਕਦਾ, ਅੱਜ ਕੋਈ ਨਹੀਂ ਮੱਖਣ ਕੱਢਦਾ। ਬਿਰਲੇ ਨੇ ਚਲੋ ਗ੍ਰਾਈਂਡਰ ਪਾਇਆ, ਗੁਰ ਖਤਮ ਕਹਾਣੀ, ਪਰਾਂ ਕੀਤਾ। ਸਪਸ਼ਟ ਗੱਲ ਹੈ ਜੀ, ਇਸ ਗੱਲ ਨੂੰ ਸਮਝਿਓ। ਜੇ ਗੁਰੂ ਸਾਹਿਬ ਕਹਿ ਰਹੇ ਨੇ ਤੇ ਹਰ ਚੀਜ਼ ਮਸ਼ੀਨੀ ਹੋ ਗਈ ਹੈ, ਹਰ ਚੀਜ਼ ਟੈਕਨੋਲੋਜੀ ਹੋ ਗਈ ਹੈ। ਇਸ ਮਸ਼ੀਨ ਨੇ ਸਾਡਾ ਖਹਿੜਾ ਨਹੀਂ ਛੱਡਣਾ। ਆ ਇੱਕ ਛੋਟਾ ਜਿਹਾ ਜੰਤਰ ਜਿਹੜਾ ਸਾਨੂੰ ਸਿਮਰਨ ਵੀ ਨਹੀਂ ਕਰਨ ਦਿੰਦਾ, ਜਿਹੜਾ ਸਾਰਾ ਦਿਨ ਅਸੀਂ ਲਈ ਫਿਰਦੇ ਹਾਂ। ਹੁਣ ਮਹਾਰਾਜ ਕਹਿੰਦੇ ਥੋੜ੍ਹਾ ਚਿਰ ਨਿਰਾਸ਼ ਹੋਣਾ ਪਏਗਾ।
ਸਾਹਿਬ ਜੀ ਕਹਿੰਦੇ ਇਹ ਮਨ ਈਂਟੀ ਹਾਥ ਕਰੋ। ਹੁਣ ਜਦ ਮਧਾਣੀ ਰੜਕੀ ਜਾਂਦੀ ਸੀ ਨਾ, ਪੇਂਡੂ ਸ਼ਬਦਾਵਲੀ ਹੈ, ਮਧਾਣੀ ਦੇ ਦੁਆਲੇ ਰੱਸਾ ਬੰਨਿਆ ਹੁੰਦਾ ਸੀ ਅਤੇ ਰੱਸੇ ਦੇ ਦੋਨੋਂ ਸਿਰਿਆਂ ਦੇ ਨੇਤਰੇ ਹੁੰਦੇ ਸਨ। ਉਹ ਨੇਤਰੇ ਹੱਥ ਵਿੱਚ ਫਸਾਏ ਜਾਂਦੇ ਸਨ ਅਤੇ ਐਂ ਰੜਕਿਆ ਜਾਂਦਾ ਸੀ। ਅਤੇ ਉਹ ਮਧਾਣੀ ਨੂੰ ਕੋਈ ਸਪੋਰਟ ਨਹੀਂ ਹੁੰਦੀ, ਕੋਈ ਦੇਖੇ ਮਧਾਣੀ ਟਿਕੀ ਕਿਵੇਂ ਹੋਈ ਹੈ। ਉਹ ਮਧਾਣੀ ਬਸ ਦੋਵਾਂ ਹੱਥਾਂ ਦੇ ਬੈਲੈਂਸ ਵਿੱਚ ਹੀ ਟਿਕੀ ਹੋਈ ਹੈ, ਜਿਵੇਂ ਨੇਤਰੇ ਲਾ ਰਹੀ ਹੈ ਕੋਈ ਸਮਾਣੀ। ਕਹਿੰਦੇ ਜਿਸ ਤਰ੍ਹਾਂ ਇਹ ਮਧਾਣੀ ਹੈ, ਇਹ ਮਨ ਈਂਟੀ ਹਾਥ ਕਰੋ। ਈਂਟੀ ਕਹਿੰਦੇ ਉਹ ਨੇਤਰੇ ਜਿਹੜੇ ਹੱਥ ਵਿੱਚ ਫਸਾ ਲਏ, ਮਨ ਨੂੰ ਫਸਾ ਲੈ, ਮਨ ਨੂੰ ਰੋਕ ਲੈ। ਜਿਹੜਾ ਮਨ 10 ਦਿਸ਼ਾ ਦੇ ਵਿੱਚ 10 ਦਿਸ਼ਾਵਾਂ ਵਿੱਚ ਫਸਿਆ ਫਿਰਦਾ, ਭੱਜਿਆ ਫਿਰਦਾ, ਉਹ ਜਿਸ ਤਰ੍ਹਾਂ ਹੱਥਾਂ ਵਿੱਚ ਨੇਤਰੇ ਫਸ ਜਾਂਦੇ ਸੀ ਨਾ, ਅਤੇ ਫਿਰ ਹੱਥਾਂ ਵਿੱਚ ਫਸੇ ਹੋਏ ਉਹ ਡੋਰੀ ਦੇ ਨਾਲ ਮਧਾਣੀ ਰੜਕਦੀ ਸੀ। ਇਵੇਂ ਮਨ ਨੂੰ ਰੋਕ ਲੈ। ਮਨ ਪਰਦੇਸੀ ਪਿਆਰੇ ਵੇ ਆਓ ਘਰੇ। ਇਹ ਮਨ ਈਂਟੀ ਹਾਥ ਕਰੋ ਫੁਨ ਨੇਤਰੋਂ ਨੀਂਦ ਨਾ ਆਵੈ। ਇਹ ਕੋਈ ਸੰਸਾਰੀ ਜਾਂ ਬਾਹਰੀ ਸਰੀਰਕ ਨੀਂਦ ਨਹੀਂ ਹੈ। ਇਹ ਨੀਂਦ ਹੈ ਕਿ ਮਨ ਜਿਹੜਾ ਸੋਏ ਨਾ। ਨੈਨੋ ਨੀਂਦ ਪ੍ਰਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਮਨ ਸੁੱਤੇ ਨਾ, ਮਨ ਜਾਗ ਜਾਏ ਸਿਮਰਨ ਦੇ ਵਿੱਚ। ਰਸਨਾ ਨਾਮ ਜਪੋ ਤਬ ਮਥੀਆ। ਮਥੀਆ ਕਹਿੰਦੇ ਰਿੜਕਣਾ। ਕਹਿੰਦੇ ਜੇ ਮਧਾਣੀ ਰਿੜਕੀ ਜਾਏਗੀ ਤਾਂ ਉਸ ਦਹੀਂ ਵਿੱਚੋਂ ਮੱਖਣ ਨਿਕਲ ਆਏਗਾ ਰਿੜਕ ਰਿੜਕ ਕੇ। ਇਸ ਤਰ੍ਹਾਂ ਤੂੰ ਆਪਣੀ ਜ਼ੁਬਾਨ ਨੂੰ ਮਧਾਣੀ ਬਣਾ ਅਤੇ ਮਥੀਆ ਅੰਦਰ ਵਾਹਿਗੁਰੂ 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 ਦਿਨ ਰਾਤ ਜਪੀ ਜਾ। ਸੱਜਾ ਪੈਰ ਰੱਖਦਾ ਵਾਹ ਬੋਲ, ਖੱਬਾ ਰੱਖਦਾ ਗੁਰੂ ਬੋਲ, ਬੈਠਾ ਤਾਂ ਬੋਲ, ਬੋਲ ਬੋਲ ਕੇ ਥੱਕ ਗਿਆ ਅਤੇ ਜ਼ੁਬਾਨ ਦੀ ਜਿਹੜੀ ਟੀਸੀ ਹੈ, ਜ਼ੁਬਾਨ ਦੀ ਚੁੰਝ ਹੈ, ਉਹ ਆਪਣੇ ਤਲੇ 'ਤੇ ਮਾਰੀ ਜਾ, ਅੰਦਰ ਹੀ ਅੰਦਰ ਉਹ ਵਾਹਿਗੁਰੂ ਵਾਹਿਗੁਰੂ ਬੋਲੀ ਜਾ। ਬਸ ਉਹ ਤੈਨੂੰ ਚੇਤੇ ਕਰਾਈ ਜਾਏ ਕਿ ਵਾਹਿਗੁਰੂ ਛੱਡਣਾ ਨਹੀਂ ਹੈ। ਇਹਨੂੰ ਕਿਹਾ ਰਸਨਾ ਨਾਮ ਜਪੋ ਤਬ ਮਥੀ ਹੈ। ਇਵੇਂ ਰਿੜਕ ਆਪਣੀ ਜ਼ੁਬਾਨ ਮਧਾਣੀ ਨੂੰ ਵਾਹਿਗੁਰੂ ਵਾਹਿਗੁਰੂ ਬੋਲ ਕੇ ਇਨ ਬਿਦ ਅੰਮ੍ਰਿਤ ਪਾਵੋ। ਦੇਖੀ ਤੇਰਾ ਜੀਵਨ ਤਬਦੀਲ ਹੋਏਗਾ। ਉੱਥੋਂ ਬਾਹਰੋਂ ਮੱਖਣ ਪ੍ਰਗਟ ਹੁੰਦਾ ਹੈ, ਤੇਰੇ ਅੰਦਰੋਂ ਨਾਮ ਰੂਪੀ ਅੰਮ੍ਰਿਤ ਮੱਖਣ ਪ੍ਰਗਟ ਹੋਏਗਾ ਜੀ। ਮਨ ਸੰਪਟ ਜਿਤ ਸਤ ਸਰ ਨਾਵਣ, ਪਾਵਨ ਪਾਤੀ ਤ੍ਰਿਪਤ ਕਰੇ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹੈ। ਫਿਰ ਹੁਣ ਬਾਹਰ ਦੀ ਜਿਹੜੀ ਰੀਤ ਚੱਲਦੀ ਹੈ, ਸੰਪਟ ਗੁਟਕਾ ਬਣਾ ਕੇ ਮਨ ਉਹਦੇ ਵਿੱਚ ਉਹਨੂੰ ਪਾ ਦੇਣਾ, ਇਸ਼ਟ ਜੀ ਨੂੰ ਪਾ ਦੇਣਾ। ਫਿਰ ਕਿਤੇ ਸਫ਼ਰ 'ਚ ਜਾਣਾ ਅਤੇ ਉਹਨੂੰ ਨਾਲ ਲੈ ਕੇ ਜਾਣਾ। ਫਿਰ ਜਿੱਥੇ ਰਹਿਣਾ ਉੱਥੇ ਫਿਰ ਉਹਨੂੰ ਖੋਲ੍ਹ ਕੇ ਸਥਾਪਿਤ ਕਰ ਦੇਣਾ। ਇਹ ਅਕਸਰ ਤੁਸੀਂ ਦੇਖੋਗੇ ਟੋਕਰੀਆਂ ਦੇ ਵਿੱਚ, ਥਾਵਾਂ ਦੇ ਵਿੱਚ ਲੋਕ ਲੈ ਕੇ ਜਾਂਦੇ ਆ ਆਪਣੇ ਇਸ਼ਟ ਨੂੰ ਪੂਜਣ ਵਾਸਤੇ। ਮਹਾਰਾਜ ਕਹਿੰਦੇ ਬਾਹਰੋਂ ਜਿੰਨੇ ਮਰਜ਼ੀ ਇਸ਼ਟ ਤੁਸੀਂ ਰੱਖ ਲਓ ਸੰਪਟ ਵਿੱਚ, ਗੱਲ ਤਾਂ ਇਹ ਹੈ ਮਨ ਫਿਰ ਭੱਜਿਆ ਫਿਰਦਾ, ਮਨ ਨਹੀਂ ਟਿਕਿਆ। ਮਨ ਸੰਪਟ, ਮਨ ਨੂੰ ਗੁਟਕੇ ਵਿੱਚ ਲੈ, ਮਨ ਨੂੰ ਇਸ ਸਰੀਰ ਰੂਪੀ ਸੰਪਟ ਵਿੱਚ ਲੈ ਕੇ ਆਓ, ਇੱਥੇ ਟਿਕਾਓ, ਫਿਰ ਆਨੰਦ ਆਏਗਾ। ਮਨ ਸੰਪਟ ਜਿਤ ਸਤ ਸਰ ਨਾਵਣ, ਫਿਰ ਤੁਹਾਡਾ ਇਸ਼ਨਾਨ ਹੈ। ਕਿਉਂਕਿ ਜਿਹੜਾ ਇਸ਼ਟ ਨੂੰ ਪੂਜਦਾ ਉਹ ਜਦ ਤੀਰਥ ਯਾਤਰਾ 'ਤੇ ਜਾਂਦਾ ਅਤੇ ਉਹ ਨਾਲ ਹੀ ਉਹਨੂੰ ਲੈ ਕੇ ਜਾਂਦਾ, ਉਹਨੂੰ ਬੰਦ ਕਰਕੇ। ਪਰ ਮਹਾਰਾਜ ਦੇਖੋ ਕਿਸੇ ਦਾ ਬੁਰਾ ਨਹੀਂ, ਸਭ ਨੂੰ ਸਭ ਦਾ ਮੁਬਾਰਕ ਹੈ। ਪਰ ਜੇ ਬਾਹਰੋਂ ਤੁਸੀਂ ਇਸ਼ਟ ਲੈ ਕੇ ਤੁਰੇ ਹੋ, ਮਨ ਤੁਹਾਡਾ ਹੋਰ ਪਾਸੇ ਤੁਰਿਆ ਹੋਇਆ ਪਾਪਾਂ ਅਤੇ ਵਿਕਾਰਾਂ ਵਿੱਚ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀਏ ਸੋਰ। ਇਸ ਕਰਕੇ ਮਨ ਨੂੰ ਸੰਪਟ ਕਰੋ। ਜਿਤ ਸਤ ਸਰ ਨਹਾਵਣ, ਇਹ ਸਰੋਵਰਾਂ ਦਾ ਸਤ ਸਰ ਨਹਾਵਣ, ਸਰ ਸਰੋਵਰ ਕਹਿੰਦੇ ਸੱਚੇ ਸਰੋਵਰ ਦਾ ਨਹਾਉਣਾ ਹੈ। ਭਾਵਨ ਪਾਤੀ ਤ੍ਰਿਪਤ ਕਰੇ, ਅਤੇ ਅੱਗੇ ਪੱਤੀਆਂ ਅਤੇ ਫੁੱਲ ਭੇਟ ਕੀਤੇ ਜਾਂਦੇ ਹੈ। ਨਹੀਂ, ਬਾਹਰੋਂ ਨਹੀਂ, ਆਪਣੇ ਮਨ ਨੂੰ ਕੋਮਲ ਕਰ, ਫੁੱਲਾਂ ਵਰਗਾ, ਪੱਤੀਆਂ ਵਰਗਾ, ਹਰੇ ਨਰੋਇਆ ਕਰ। ਇਹ ਤੂੰ ਭਾਵਨਾ ਪ੍ਰਗਟ ਕਰ ਰੱਬ ਦੇ ਅੱਗੇ। ਦੇਖੀ ਤੂੰ ਅੰਦਰੋਂ ਤ੍ਰਿਪਤ ਹੋਏਗਾ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹਿ। ਕੋਈ ਬਾਹਰ ਦੀ ਪੂਜਾ ਨਹੀਂ, ਪੂਜਾ ਹੈ ਪੂਜਾ ਕੀਚੈ ਨਾਮ ਧਿਆਈ ਹੈ। ਬਸ ਪ੍ਰਾਣਾਂ ਦੇ ਸੇਵਕ ਵਾਹਿਗੁਰੂ ਨੂੰ ਚੇਤੇ ਕਰਦਾ ਰਹੇ। ਦਿਨ ਰਾਤ ਵਾਹਿਗੁਰੂ ਜਪ, ਦਿਨ ਰਾਤ ਹਰ ਹਰ ਜਪ, ਦਿਨ ਰਾਤ ਰਮੇ ਹੋਏ ਵਾਹਿਗੁਰੂ ਨੂੰ ਰਾਮ ਰਾਮ ਕਰ। ਤੂੰ ਜਪ ਤਾਂ ਸਹੀ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹਿ। ਰਵਤ ਦਾ ਮਤਲਬ ਬੋਲਣਾ, ਜਪਣਾ। ਇਵੇਂ ਸਿਮਰਨ ਕਰ ਤੂੰ। ਕਹਿੰਦੀ ਕਹਿ 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 ਜਾਵਹਿ, ਤੁਮ ਸਰ ਅਵਰ ਨ ਕੋਈ। ਭਗਤ ਹੀਣ ਨਾਨਕ ਜਨ ਜੰਪੈ, ਹਾਉ ਸਾਲਾਹੀ ਸੱਚਾ ਸੋਈ। ਨਾਮ ਜਪਣ ਤੋਂ ਬਿਨਾਂ
ਬਾਕੀ ਜੋ ਮਰਜ਼ੀ ਕਥਾ ਕਰ ਲਓ ਮੇਰੇ ਵਰਗੀ, ਮੈਂ ਜਿਸ ਤਰ੍ਹਾਂ ਕਥਾ ਕਰਕੇ ਸੁਣਾ ਰਿਹਾ, ਇਹ ਕਥਾ ਪ੍ਰਵਾਨ ਨਹੀਂ ਹੈ ਜੇ ਅਸੀਂ ਸਿਮਰਨ ਵਿੱਚ ਆਏ ਨਹੀਂ, ਸਾਡੀ ਸੁਰਤ ਟਿਕੀ ਨਹੀਂ। ਜਿੰਨੇ ਮਰਜ਼ੀ ਕਰਮ ਕਰ ਲਈਏ ਨਿਹਫਲ ਨੇ। ਕਹਿੰਦੇ ਕਹਿ ਜਾਵੈਂ, ਕਹਿ ਕੇ ਲੋਕੀ ਕਹਿੰਦੇ ਇਹ ਕਰ ਲਓ, ਇਹ ਕਰ ਲਓ, ਇਵੇਂ ਕਰ ਲਓ। ਨਹੀਂ, ਗੱਲ ਤਾਂ ਇਹ ਹੈ ਵਾਹਿਗੁਰੂ ਤੋਂ ਟੁੱਟਿਆਂ ਬਿਨਾਂ ਕਿੱਥੇ ਸੁਰਤ ਨਹੀਂ ਟਿਕੇਗੀ, ਕੋਈ ਪ੍ਰਵਾਨ ਹੀ ਨਹੀਂ ਹੈ। ਤੁਮ ਸਰ ਅਵਰ ਨਾ ਕੋਈ, ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਕੋਈ ਹੋਰ ਸੁੱਖ ਨਹੀਂ ਦੇ ਸਕਦਾ। ਭਗਤਹੀਣ ਨਾਨਕ ਜਨ ਜੰਪੈ ਦਾ ਮਤਲਬ ਮੈਂ ਬੇਨਤੀ ਕਰਦਾ ਭਗਤੀ ਤੋਂ ਬਿਨਾਂ ਹਾਂ। ਭਗਤਹੀਣ ਦਾ ਮਤਲਬ ਭਗਤੀ ਤੋਂ ਬਿਨਾਂ ਹੈ, ਪਰ ਫਿਰ ਵੀ ਮੈਂ ਬੇਨਤੀ ਕਰਦਾ। ਗੁਰੂ ਨਾਨਕ ਸਾਹਿਬ ਕਹਿੰਦੇ ਹਉ ਸਾਲਾਹੀ ਸੱਚਾ ਸੋਈ, ਭਾਵੇਂ ਮੇਰਾ ਮਨ ਟਿਕੇ ਨਾ ਟਿਕੇ, ਭਾਵੇਂ ਮੈਂ ਪਾਪਾਂ ਵਿੱਚ ਪੂਰਾ ਗੁੜੁਚਾਂ, ਫਿਰ ਵੀ ਵਾਹਿਗੁਰੂ ਮੈਂ ਤੇਰਾ ਸਿਮਰਨ ਕਰਦਾ ਰਹਾਂ, ਮੈਂ ਜ਼ੁਬਾਨ ਮਧਾਣੀ ਤੋਂ ਤੈਨੂੰ ਜਪਦਾ ਰਹਾਂ, ਇਹੀ ਮੇਰੇ ਲਈ ਸੁੱਖ ਹੈ ਜੀ। ਸੋਈ ਮਹਿਲਾ ਪਹਿਲਾ ਘਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੰਤਰ ਵਸੈ ਨ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ। ਸੂਹੀ ਮਹੱਲਾ ਪਹਿਲਾ ਘਰ ਦੂਜਾ, ਸਿਰਲੇਖ ਘਰ ਦੂਜਾ ਹੈ। ਪਿੱਛੇ ਸ਼ਬਦ ਇੱਕੋ ਹੀ ਸੀ ਚੌਪਦੇ ਦਾ, ਹੁਣ ਇਹਦੇ ਸਿਰਲੇਖ ਤੇ ਚੌਪਦੇ ਨਹੀਂ ਹੈ। ਘਰ ਪਹਿਲਾ ਸੀ, ਹੁਣ ਘਰ ਦੂਜਾ। ਸੂਹੀ ਮਹੱਲਾ ਪਹਿਲਾ ਘਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੰਤਰ ਵਸੈ ਨਾ ਬਾਹਰ ਜਾਏ, ਮਨ ਨੂੰ ਟਿਕਾ ਲੈ, ਕਾਹੇ ਰੇਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਜਿਹਦਾ ਮਨ ਵਸ ਜਾਏ, ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਮੇਰੇ ਮਨ ਵਿੱਚ ਵਸ ਜਾ ਵਾਹਿਗੁਰੂ ਦਾ ਸਿਮਰਨ। ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ। ਜੇ ਮਨ ਬਾਹਰ ਭੱਜੇਗਾ ਤੇ ਜ਼ਹਿਰ ਬਿਖ ਖਾਏਗਾ, ਜੇ ਅੰਦਰ ਟਿਕੇਗਾ ਤੇ ਨਾਮ ਅੰਮ੍ਰਿਤ ਮਿਲੇਗਾ ਜੀ। ਐਸਾ ਗਿਆਨ ਜਪੋ ਮਨ ਮੇਰੇ, ਹੋਵਹੁ ਚਾਕਰ ਸਾਚੇ ਕੇਰੇ ਰਹਾਉ। ਇਸ ਤਰ੍ਹਾਂ ਦਾ ਗਿਆਨ ਹਾਸਲ ਕਰੀਏ, ਮਨ ਨੂੰ ਟਿਕਾਈਏ। ਪਹਿਲਾਂ ਮਨ ਟਿਕਦਾ ਨਹੀਂ, ਅਸੀਂ ਕਹਿੰਦੇ ਹਾਂ ਗਿਆਨੀ ਬਣ ਜਾਈਏ, ਧਿਆਨੀ ਬਣ ਜਾਈਏ। ਮਨ ਪਾਪ ਵੱਲ ਭੱਜਦਾ ਹੈ, ਦੂਸਰਿਆਂ ਦੀ ਬਦਖੋਈ ਕਰਦਾ, ਜਣਾ ਵੱਡੀ ਬੈਠਾ ਹੈ, ਪਰੇਸ਼ਾਨ ਮਨ। ਪਰੇਸ਼ਾਨੀ ਕੋਈ ਆਪਣੀ ਨਹੀਂ, ਪਰੇਸ਼ਾਨ ਅਸੀਂ ਕਹਿੰਦੇ ਹਾਂ ਜੀ ਉਹਨੇ ਮੈਨੂੰ ਪਰੇਸ਼ਾਨ ਕੀਤਾ, ਉਹਦੇ ਕਰਕੇ ਮੈਂ ਔਖਾ ਨਹੀਂ। ਮਹਾਰਾਜ ਕਹਿੰਦੇ ਸਭ ਮਨ ਦੀ ਖੇਡ ਹੈ, ਮਨ ਬਾਹਰ ਹੀ ਭਜਿਆ ਹੋਇਆ ਉਸ ਵੱਲ ਹੈ। ਜੇ ਮਨ ਗੁਰੂ ਵੱਲ, ਸ਼ਬਦ ਵੱਲ, ਆਪਣੇ ਵੱਲ ਆ ਜਾਏਗਾ, ਫਿਰ ਮਨ ਟਿਕ ਜਾਏਗਾ, ਸੁੱਖ ਤੇ ਆਨੰਦ ਵਿੱਚ ਆ ਜਾਏਗਾ। ਇਹੀ ਕੱਲ ਬੇਨਤੀ ਕੀਤੀ ਸੀ ਕਿ ਆਨੰਦ ਕਿੱਥੋਂ ਬਾਹਰੋਂ ਨਹੀਂ ਮਿਲੇਗਾ, ਆਨੰਦ ਬਾਹਰੋਂ ਲਿਆਉਣ ਦੀ ਕੋਈ ਜੁਗਤ ਨਹੀਂ ਹੈ। ਸੁੱਖ ਤੇ ਬਾਹਰੋਂ ਨਹੀਂ ਮਿਲਣਾ, ਬਸ ਸੁੱਖ ਦੇ ਤਾਂ ਮਿਲ ਜਾਏਗਾ ਮਨ ਵਿੱਚੋਂ ਈਰਖਾ ਕੱਢ ਦਿਓ, ਦਵੈਸ਼ ਕੱਢ ਦਿਓ, ਦੂਸਰਿਆਂ ਦਾ ਬੁਰਾ ਕਰਨਾ ਕੱਢ ਦਿਓ, ਦੂਸਰਿਆਂ ਨੂੰ ਮਾਫ ਕਰ ਦਿਓ, ਦੂਸਰਿਆਂ ਦੀ ਬੁਰਾਈ ਛੱਡ ਦਿਓ। ਪਿੱਛੇ ਜੋ ਬਚੇਗਾ ਉਹ ਸੁੱਖ ਤੇ ਆਨੰਦ ਹੈ। ਸਾਡਾ ਸੁੱਖ ਤੇ ਆਨੰਦ ਇਹਨਾਂ ਚੀਜ਼ਾਂ ਦੇ ਥੱਲੇ ਦਬ ਚੁੱਕਾ। ਜੇ ਇਹ ਬਾਹਰ ਨਿਕਲਣਗੀਆਂ ਤੇ ਤਾਂ ਸੁੱਖ ਆਨੰਦ ਪ੍ਰਗਟ ਹੋਏਗਾ। ਗਿਆਨ ਮਹਾਰਾਜ ਕਹਿੰਦੇ ਐਸਾ ਗਿਆਨ, ਇਸ ਮਨ ਨੂੰ ਜਪਾਉਣਾ। ਫਿਰ ਪਹਿਲਾਂ ਇਹ ਸਮਝ ਕਿ ਇਹਦੇ ਵਿੱਚੋਂ ਮਨ ਨੂੰ ਵਿਕਾਰਾਂ ਤੋਂ ਪਰਾਂ ਕਰ, ਬਾਹਰ ਪਾਸੋਂ ਇਹਨੂੰ ਛੱਡ ਦੇ। ਅਗਲਾ ਕੀ ਕਹਿੰਦਾ, ਕੀ ਨਹੀਂ ਕਹਿੰਦਾ, ਕੀ ਕਰਦਾ, ਕੀ ਨਹੀਂ ਕਰਦਾ, ਜੇ ਤੂੰ ਇਹ ਸੋਚੀ ਬੈਠਾ ਫਿਰ ਸਿਮਰਨ ਛੱਡ ਦੇ। ਫਿਰ ਤੂੰ ਉਹੀ ਕਰ ਲੈ, ਨਿੰਦਾ ਚਿੰਦਾ ਕਰ ਲੈ, ਦੁਨੀਆ ਵਿੱਚ ਚਲਾ ਜਾ, ਫਿਰ ਸੜ ਜਾਏਗਾ। ਜੇ ਤੈਨੂੰ ਰੱਬ ਦਾ ਸਿਮਰਨ ਕਰਨਾ ਫਿਰ ਗਿਆਨੀ ਬਣ। ਇਹ ਸਾਰੀਆਂ ਚੀਜ਼ਾਂ ਛੱਡ, ਮੈਨੂੰ ਕੀ ਪਰਵਾਹ ਕਿਸੇ ਨਾਲ ਲੈਣ ਦੇਣ ਦੀ। ਕਿਉਂਕਿ ਭਗਤ ਜਿਹੜਾ ਹੈ ਨਾ, ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਕ ਸੁਆਮੀ। ਬੰਦਗੀ ਕਰਨ ਵਾਲਿਆਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੁੰਦੀ, ਉਹਨੇ ਕੀ ਕਿਹਾ ਕੀ ਨਹੀਂ ਕਿਹਾ। ਉਹਨੂੰ ਸਿਰਫ ਆਪਣੇ ਮਨ ਦੀ, ਆਪਣੇ ਸਿਮਰਨ ਦੀ, ਆਪਣੇ ਨੇਮ ਦੀ ਫਿਕਰ ਹੁੰਦੀ ਹੈ। ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ। ਮੈਂ ਵਾਹਿਗੁਰੂ ਦਾ ਚਾਕਰ ਬਣਾ ਜੀ ਰਹਾਓ। ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਭਵੈ। ਸਾਰੇ ਕਹਿੰਦੇ ਆ ਜੀ ਮੈਂ ਤੇ ਗਿਆਨ ਹਾਸਲ ਕੀਤਾ, ਮੈਂ ਧਿਆਨੀ ਹਾਂ, ਸਭ ਕੋਈ ਰਵੈ। ਸਭ ਬੋਲਦੇ ਨੇ ਗਿਆਨ ਧਿਆਨ ਦੀਆਂ ਬਾਤਾਂ, ਪਰ ਬਾਂਧਨ ਬਾਂਧਿਆ ਸਭ ਜਗ ਭਵੈ। ਨਿੰਦਾ ਚਿੰਦਾ ਦੇ ਬੰਧਨ ਵਿੱਚ ਫਸਿਆ ਹੋਇਆ, ਹੁਣੇ ਮੋਹ ਦੇ ਬੰਧਨ ਵਿੱਚ ਜਕੜਿਆ ਹੋਇਆ।
ਮਹਾਰਾਜ ਕਹਿੰਦੇ ਸਾਰੀ ਥਾਵਾਂ ਤੇ ਮਨ ਭਵਦਾ ਰਹਿੰਦਾ ਹੈ, ਭਟਕਦਾ ਰਹਿੰਦਾ, ਟਿਕਦਾ ਨਹੀਂ ਹੈ ਜੀ। ਸੇਵਾ ਕਰੇ ਸੋ ਚਾਕਰ ਹੋਏ, ਜਲ ਥਲ ਮਹੀਲ ਰਵ ਰਹਿਆ ਸੋਏ। ਜਿਹੜਾ ਵਾਹਿਗੁਰੂ ਦੀ ਇਵੇਂ ਸੇਵਾ ਕਰਦਾ ਹੈ, ਸਭ ਪਾਸੇ ਛੱਡ ਕੇ ਸਾਰੇ ਪਾਸੇ ਸੇਵ ਕੀਤੀ ਸੰਤੋਖੀ, ਜਿਨੀ ਸੱਚੋਂ ਸੱਚ ਤੇ ਆਇਆ ਉਹਨੀ ਮੰਦਾ ਪੈਰ ਨਾ ਰੱਖਿਓ, ਮੰਦੇ ਪੈਰ ਨਾ ਰੱਖਿਓ, ਕਰ ਸੁਕਰੀ ਧਰਮ ਕਮਾਇਆ ਉਹਨੀ ਦੁਨੀਆ ਤੋੜੇ ਬੰਧਨਾ। ਬਸ ਬੰਧਨ ਛੱਡਣੇ ਪੈਣਗੇ, ਸਾਰੇ ਪਾਸੇ ਬੰਧਨ ਛੱਡਣੇ ਪੈਣਗੇ। ਜਿਹੜਾ ਗੁਰਮੁਖ ਹੈ ਨਾ, ਉਹ ਗ੍ਰਸਥ ਵਿੱਚ ਰਹਿੰਦਿਆਂ ਵੀ ਉਦਾਸੀ ਹੈ, ਉਹ ਗ੍ਰਸਥ ਵਿੱਚ ਰਹਿੰਦਿਆਂ ਵੀ ਨਹੀਂ ਫਿਰ ਫਿਕਰ ਕਰਦਾ, ਪ੍ਰਵਾਹ ਕਰਦਾ ਕੀ ਆਖਿਆ, ਕੀ ਬੋਲਿਆ, ਕੀ ਅਗਲਾ ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਸੁਭਾਅ ਲਈ ਫਿਰਦਾ, ਗੁਰਮੁਖ ਦਾ ਸੁਭਾਅ ਅਡੋਲ ਹੁੰਦਾ ਹੈ। ਉਹ ਤੇ ਫਰੀਦਾ ਬੁਰੇ ਦਾ ਭਲਾ ਕਰਨ ਵਾਲਾ ਸੁਭਾਅ ਹੈ। ਸੇਵਾ ਕਰੇ ਸੋ ਚਾਕਰ ਹੋਏ, ਇਹ ਹੈ ਅਸਲ ਚਾਕਰ ਦੀ ਨਿਸ਼ਾਨੀ। ਜਲ ਥਲ ਮਹੀਲ ਰਬ ਰਿਹਾ ਸੋਏ, ਉਹ ਵਾਹਿਗੁਰੂ ਹਰ ਥਾਂ ਤੇ ਮੌਜੂਦ ਹੈ ਜੀ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਅੱਜ ਸਭ ਤੋਂ ਸੌਖਾ ਹੈ ਦੁਨੀਆ ਨੂੰ ਦਿਖਾਉਣਾ ਕਿ ਮੇਰੇ ਤੋਂ ਬੰਦਗੀ ਇਸ ਲਈ ਨਹੀਂ ਹੁੰਦੀ ਕਿ ਫਲਾਣੇ ਨੇ ਮੈਨੂੰ ਤੰਗ ਕੀਤਾ ਹੋਇਆ, ਉਹ ਬੁਰਾ ਹੈ, ਉਹ ਮਾੜਾ ਹੈ, ਪਹਿਲਾਂ ਉਹ ਠੀਕ ਹੋਏਗਾ ਫਿਰ ਮੈਂ ਕਰਾਂਗਾ। ਮਹਾਰਾਜ ਕਹਿੰਦੇ ਇਹ ਗੱਲਾਂ ਛੱਡ ਦੇ, ਪਹਿਲਾਂ ਇਹ ਸੋਚ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਅੱਜ ਸਭ ਤੋਂ ਵੱਡਾ ਬਖੇੜਾ ਹੀ ਇਹ ਹੈ ਕਿ ਫਲਾਣਾ ਬੁਰਾ ਹੈ ਤੇ ਮੈਂ ਚੰਗਾ, ਪਰ ਨਹੀਂ, ਇਸ ਤਰ੍ਹਾਂ ਸਿਮਰਨ ਹੋ ਹੀ ਨਹੀਂ ਸਕਦਾ। ਪਹਿਲਾਂ ਆਪ ਸੋਚ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ। ਜੇ ਅਗਲਾ ਬੁਰਾ ਹੈ ਤੇ ਸਾਡੇ ਵਿੱਚ ਵੀ ਬੁਰਾਈਆਂ ਹੋਣਗੀਆਂ ਨਾ, ਤਾਂ ਉਹ ਬੁਰਾ ਬਣਿਆ। ਅਸੀਂ ਆਪਣੀ ਬੁਰਾਈਆਂ ਨੂੰ ਵੇਖੀਏ, ਇਹ ਗੁਰਮਤ ਹੈ। ਹਮ ਨਹੀਂ ਚੰਗੇ, ਅਸੀਂ ਚੰਗੇ ਨਹੀਂ, ਬੁਰਾ ਨਹੀਂ ਕੋਈ ਬੁਰਾ ਨਹੀਂ। ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਸੀ, ਕਹਿੰਦੇ ਮੇਰਾ ਅਸਲ ਮਿੱਤਰ ਹੀ ਉਹ ਹੈ ਜਿਹੜਾ ਆਖੇ ਸਭ ਤੇ ਹਮ ਬੁਰੇ, ਹਮ ਧੱਜ ਭਲੋ ਸਭ ਕੋਏ, ਜਿਨ ਐਸਾ ਕਰ ਮਾਨਿਆ ਮੀਤ ਹਮਾਰਾ ਸੋਏ। ਕੋਈ ਬਿਰਲਾ ਹੈ ਜਿਹੜਾ ਸਭ ਤੇ ਹਮ ਬੁਰੇ ਕਹਿੰਦਾ, ਨਹੀਂ ਤੇ ਸਾਰੇ ਕਹਿੰਦੇ ਸਭ ਤੋਂ ਚੰਗੇ ਅਸੀਂ ਹਾਂ, ਬਾਕੀ ਸਾਰੇ ਮਾੜੇ ਨੇ। ਨਹੀਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਇਹ ਸਿਮਰਨ ਦੀ ਪਹਿਲੀ ਪੌੜੀ ਹੈ। ਪ੍ਰਣਵਤ ਨਾਨਕ ਤਾਰੇ ਸੋਏ। ਗੁਰੂ ਨਾਨਕ ਸਾਹਿਬ ਕਹਿੰਦੇ ਤਾਰਨ ਦੀ ਜੁਗਤ, ਤਰਨ ਦੀ ਜੁਗਤ ਇਹਦੇ ਵਿੱਚ ਪਈ ਆ। ਆਪਣੇ ਅਹੰਗ ਨੂੰ ਤਿਆਗ ਕੇ ਆਪਣੇ ਅੰਦਰ ਨੂੰ, ਇਹ ਨਾ ਅਹੰਕਾਰ 'ਚ ਰਹੀਏ ਕਿ ਅਸੀਂ ਚੰਗੇ ਹਾਂ, ਅਗਲਾ ਠੀਕ ਨਹੀਂ ਹੈ। ਨਹੀਂ, ਅਸੀਂ ਆਖੀਏ ਹਮ ਨਹੀਂ ਚੰਗੇ, ਫਿਰ ਮਨ ਸਿਮਰਨ ਵਿੱਚ ਜੁੜਨਾ ਸ਼ੁਰੂ ਹੋਏਗਾ ਜੀ। ਸੋਈ ਮਹਿਲਾ ਪਹਿਲਾ ਘਰ ਛੇਵਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਜਲ ਕਹਿ ਚਿਲਕਣਾ, ਕੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ ਸੋ ਧੋਆ ਤਿਸ। ਇਹ ਸ਼ਬਦ ਮੁਲਤਾਨ ਦਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ। ਸੱਜਣ ਦੇ ਘਰ ਦਾ, ਉਹ ਛੁਰੀਆਂ ਤਿੱਖੀਆਂ ਕਰਦਾ, ਬਾਹਰੋਂ ਤੇ ਉਹ ਬੜਾ ਸਾਖੀਆਂ ਸੁਣਾਉਂਦਾ, ਰੱਬ ਦੀਆਂ ਬਾਤਾਂ ਪਾਉਂਦਾ, ਪਰ ਅੰਦਰ ਉਹ ਜੀ ਘਾਤ ਕਰਦਾ। ਮਹਾਰਾਜ ਜਾਣਦੇ ਨੇ ਉਹਦਾ ਜਿਹੜਾ ਅੰਦਰ ਦਾ ਹੈ ਤੇ ਉਹਦਾ ਜਿਹੜਾ ਬਾਹਰ ਦਾ ਦਿਖਾਵਾ ਹੈ, ਉਹਨੂੰ ਸਤਿਗੁਰੂ ਜੀ ਉਹਦੇ ਪਾ ਉਗੇੜਦੇ ਨੇ ਤੇ ਸਾਰਾ ਦਿਨ ਉਡੀਕਦਾ ਕਿ ਗੁਰੂ ਨਾਨਕ ਸਾਹਿਬ ਘਰ ਆਏ ਨੇ ਤੇ ਇਹ ਸੌਂਦੇ ਕਿਉਂ ਨਹੀਂ, ਇਹ ਸੌਣ ਤੇ ਮੈਂ ਆਪਣਾ ਕੰਮ ਕਰਾਂ। ਤੇ ਗੁਰੂ ਨਾਨਕ ਸਾਹਿਬ ਉੱਥੇ ਬੈਠੇ ਉਹਦੇ ਸਾਹਮਣੇ ਇਹ ਆਖਦੇ ਨੇ ਇਹ ਜਾਗਦਾ ਕਿਉਂ ਨਹੀਂ, ਇਹ ਜਾਗੇ ਤੇ ਫਿਰ ਮੈਂ ਗਾਂ ਤੁਰਾਂ। ਗੱਲ ਇਹ ਹੈ, ਸੱਜਣ ਠੱਗ ਇਹ ਸੋਚਦਾ ਇਹ ਸੋ ਜਾਣ ਤੇ ਮੈਂ ਆਪਣਾ ਕੰਮ ਕਰਾਂ। ਮਹਾਰਾਜ ਬਾਹਰ ਦਾ ਜਾਗਣਾ ਨਹੀਂ, ਇਹ ਮਨ ਕਰਕੇ ਜਾਗਦਾ ਕਿਉਂ ਨਹੀਂ, ਇਹ ਜਾਗੇ ਤੇ ਫਿਰ ਅਸੀਂ ਵੀ ਗਾਂ ਤੁਰੀਏ ਮਰਦਾਨਿਆਂ। ਬਸ ਉਹ ਡੀਕਦਾ ਕਿ ਹੁਣ ਗੁਰੂ ਨਾਨਕ ਸਾਹਿਬ ਪਰਲੇ ਕਮਰੇ 'ਚ ਗਏ ਨੇ, ਸੌਂ ਗਏ ਨੇ, ਇੱਥੋਂ ਛੁਰੀਆਂ ਤਿੱਖੀਆਂ ਸ਼ੁਰੂ ਕਰਦਾ ਕਰਨੀਆਂ, ਕੱਢ ਲੈਂਦਾ ਸਮਾਨ ਸਮੂਨ, ਮਾਰਨਾ ਗੁਰੂ ਨਾਨਕ ਸਾਹਿਬ ਨੂੰ, ਖ਼ਤਮ ਕਰਨਾ। ਚਿਹਰੇ 'ਤੇ ਲਾਲੀ ਬੜੀ ਹੈ ਇਹਨਾਂ ਦੇ, ਪਤਾ ਨਹੀਂ ਕਿੱਡੇ ਕੁ ਵੱਡੇ ਰਾਜੇ ਦੇ ਪੁੱਤਰ ਨੇ, ਕਿ ਕਿੱਡੀ ਰਹੀਸੀਅਤ ਹੈ ਇਹਨਾਂ ਕੋਲ। ਉੱਥੇ ਗੁਰੂ ਨਾਨਕ ਸਾਹਿਬ ਸੁੱਤੇ ਨਹੀਂ ਹੁੰਦੇ। ਮਹਾਰਾਜ ਕਹਿੰਦੇ ਮਰਦਾਨਿਆਂ ਰਬਾਬ ਛੇੜ ਤੇ ਗੁਰੂ ਕੀ ਬਾਣੀ ਗਾਈਏ। ਇੱਕੋ ਇੱਕ ਸ਼ਬਦ ਪੜ੍ਹਿਆ, ਜਿਹੜੀਆਂ ਛੁਰੀਆਂ ਤਿੱਖੀਆਂ ਕਰ ਰਿਹਾ ਹੁੰਦਾ ਹੈ ਤੇ ਮਹਾਰਾਜ ਦੇ ਸ਼ਬਦ ਦੀ ਛੁਰੀ ਉਹਦੇ ਅੰਦਰ ਲੱਗਦੀ ਹੈ, ਸ਼ਬਦ ਉਹਨੂੰ ਹਿਲਾ ਕੇ ਰੱਖ ਦਿੰਦਾ ਹੈ, ਬਾਹਰ ਦੀਆਂ ਛੁਰੀਆਂ ਡਿੱਗ ਜਾਂਦੀਆਂ ਨੇ। ਸੋਹੀ ਮਹੱਲਾ ਪਹਿਲਾ ਘਰ ਛੇਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਜਲ ਕਹਿ ਚਿਲਕਣਾ, ਕੋਟਮ ਕਾਲੜੀ ਮਸ। ਕਹਿ ਦਾ ਭਾਂਡਾ ਪਹਿਲਾਂ ਵਰਤਦੇ ਸੀ, ਜਿਹੜੇ ਤੁਸੀਂ ਬਜ਼ੁਰਗ ਹੋ ਉਹ ਜਾਣਦੇ ਹੋ ਕਿ ਇਹਦਾ ਭਾਂਡਾ ਵਰਤਿਆ ਜਾਂਦਾ ਸੀ। ਉਹ ਜਿੰਨਾ ਮਰਜ਼ੀ ਸਾਫ਼ ਕਰਕੇ ਚਮਕਾ ਲਓ, ਧੁੱਪ 'ਚ ਰੱਖੋਗੇ ਸੋਨੇ ਦੀ ਤਰ੍ਹਾਂ ਲਿਸ਼ਕਦਾ, ਫਿਰ ਉਹਨੂੰ ਰਗੜ ਕੇ ਹੱਥ ਮਾਰੋਗੇ ਤੇ ਉਹ ਫਿਰ ਹੱਥ ਕਾਲਾ ਕਰ ਦੇਗਾ,
ਕਿਸੇ ਦਾ ਭਾਂਡਾ ਕਦੀ ਸਾਫ਼ ਹੁੰਦਾ ਹੀ ਨਹੀਂ ਹੈ। ਉਹ ਜਿੰਨੀ ਮੈਲ ਉਤਾਰੀ ਜਾਓ ਉਨੀ ਉਤਰੀ ਜਾਏਗੀ। ਦਿਖਣ ਨੂੰ ਉਜਲ ਲੱਗੇਗਾ, ਰੇਤੇ ਨਾਲ, ਖਾਕ ਨਾਲ, ਰਾਖ ਨਾਲ ਮਾਂਜਿਆ, ਚੁੱਲ੍ਹੇ ਦੀ ਰਾਖ ਨਾਲ ਮਾਂਜਿਆ, ਐ ਚਮਕ ਜਾਂਦਾ, ਲਿਸ਼ਕ ਜਾਂਦਾ, ਅਤੇ ਫਿਰ ਕੋਈ ਉਹਦੀ ਮੈਲ ਥੋੜ੍ਹੀ ਉਤਰ ਗਈ। ਫਿਰ ਉਹਨੂੰ ਰਗੜੋ ਚੰਗੀ ਤਰ੍ਹਾਂ ਭਾਂਡੇ ਨੂੰ ਹੱਥ ਨਾਲ, ਫਿਰ ਕਾਲਕ ਹੈ। ਉਜਲ ਕਹਿਹਾ, ਕਹਿ ਦਾ ਭਾਂਡਾ ਚਮਕਦਾ ਦਿਸਦਾ, ਚਿਲਕਣਾ, ਘੋਟਮ ਕਾਲੜੀ ਮਸ, ਪਰ ਉਹਨੂੰ ਥੋੜ੍ਹਾ ਜਿਹਾ ਘੋਟੋ, ਰਗੜੋ, ਮਸ ਕਾਲਖ ਉਹਦੇ ਭਾਂਡੇ ਤੋਂ ਉਤਰਦੀ ਹੈ। ਇਸ ਤਰ੍ਹਾਂ ਹੀ ਸਾਡਾ ਮਨ ਹੈ। ਬਾਹਰੋਂ ਅਸੀਂ ਬਹੁਤ ਚਿਲਕਣੇ ਜਿਹੇ ਬਣੇ ਹੋਏ ਹਾਂ, ਬਾਹਰੋਂ ਚਿਟਵੀਆਂ, ਇਹੀ ਤਾਂ ਹੈ ਨਾ, ਰੀਸਾਂ ਕਰਹਿ ਤੇ ਨਾੜੀਆਂ ਜੋ ਸੇਵੈ ਦਰ ਖੜੀਆਂ। ਇਹ ਹੈ ਸਾਡੇ ਅੰਦਰ ਦਾ ਹਾਲ। ਇਸ ਕਰਕੇ ਧੋਤਿਆਂ ਝੂਠ ਨਾ ਉਤਰੈ, ਕਿਸੇ ਤੇ ਭਾਂਡੇ ਦੀ ਕਾਲਖ ਉਤਰ ਹੀ ਨਹੀਂ ਸਕਦੀ, ਜਿੰਨੀ ਮਰਜ਼ੀ ਧੋ ਲਓ। ਜੇ 100 ਧੋਵਾਂ ਤਿਸ, ਇਸ ਤਰ੍ਹਾਂ ਅਸੀਂ 100 ਗੱਲਾਂ ਮਿੱਠੀਆਂ ਕਰ ਲਈਏ, ਚੰਗੀਆਂ ਕਰ ਲਈਏ, ਧਰਮ ਦੀਆਂ ਕਰ ਲਈਏ, ਬੰਦੇ ਪ੍ਰਭਾਵਿਤ ਕਰ ਲਈਏ, ਪਰ ਅੰਦਰ ਤੇ 100 ਵਾਰੀ ਮੈਲ ਸਾਡੀ ਉਤਰੇਗੀ ਨਹੀਂ ਗੱਲਾਂ ਕਰਕੇ। ਮੈਲ ਅੰਦਰ ਉੱਥੇ ਹੀ ਲੱਗੀ ਹੋਈ ਹੈ ਜੀ। ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ ਰਹਾਓ। ਸੱਜਣ ਉਹ ਨੇ ਜਿਹੜੇ ਨਾਲ ਚੱਲਣ ਵਾਲੇ ਨੇ, ਜਿਹੜੇ ਫਰੇਬੀ ਨਹੀਂ ਕਰਨ ਵਾਲੇ, ਨਾਲ ਸੱਚੀ ਮੁੱਚੀ ਧੋਖੇਬਾਜ਼ੀਆਂ ਨਹੀਂ ਕਰਨ ਵਾਲੇ, ਜਿਹੜੇ ਜੀ ਘਾਤ ਨਹੀਂ ਕਰਨ ਵਾਲੇ। ਨਾਮ ਸੱਜਣ ਹੈ, ਪਰ ਕੰਮ ਅੰਦਰ ਠੱਗਣ ਵਾਲਾ ਕੀਤਾ ਹੋਇਆ ਭਾਈ। ਆ ਮੈਂ ਦੱਸਾਂ ਸੱਜਣ ਕੌਣ ਹੁੰਦਾ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿਹੜੇ ਨਾਲ ਨਿਭਣ, ਜਿਹੜੇ ਓੜ ਤੱਕ ਨਿਭਣ। ਜਿਹੜੇ ਗੁਰਮੁਖ ਪਿਆਰੇ ਤੁਸੀਂ ਬੈਠੇ ਹੋ, ਤੁਹਾਡੀ ਕੀਤਾ ਹੋਇਆ ਸੰਗ ਇਹ ਰਿਸ਼ਤੇ ਨਹੀਂ ਹੈਗੇ ਸੰਸਾਰੀ, ਇਹ ਓੜ ਤੱਕ, ਦਰਗਾਹ ਤੱਕ ਨਿਭਣ ਵਾਲਾ ਹੈ। ਇਹ ਚਲਦਿਆਂ ਨਾਲ ਚਲਣ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਇਹ ਧੁਰ ਦਰਗਾਹ ਤੱਕ ਇਹ ਸਾਥ ਚੱਲਣ ਵਾਲਾ ਹੈ। ਅਸਲ ਸੱਜਣ ਉਹ ਨੇ ਜਿਨ੍ਹਾਂ ਦਿਸੰਦੜਿਆਂ ਦੁਰਮਤ ਵਈਆਂ, ਮਿੱਤਰ ਅਸਾਡੜੇ ਸਹੀ, ਹਉ ਢੁੰਡੇਂਦੀ ਜਗ ਸਭਾਇਆ, ਜਨ ਨਾਨਕ ਵਿਰਲੇ ਕਈ। ਇਹ ਅਸਲ ਸੱਜਣ ਨੇ ਜਿਹੜੇ ਨਾਲ ਨਿਭਣ ਵਾਲੇ ਨੇ। ਰਹਾਓ ਕੋਠੇ ਮੰਡਪ ਮਾੜੀਆਂ, ਪਾਸੋਂ ਚਿਤਵੀਆ, ਢੱਠੀਆਂ ਕਮ ਨਾ ਆਵਨੀ, ਵਿੱਚੋਂ ਸਖਣੀਆਂ। ਬੜੇ ਸੋਹਣੇ ਸੋਹਣੀਆਂ ਇਮਾਰਤਾਂ, ਕੋਠੀਆਂ, ਮਹਲ, ਬੰਗਲੇ, ਉੱਚੀਆਂ ਉੱਚੀਆਂ ਕੰਧਾਂ ਦੇ ਬਣੇ ਹੋਣ, ਬੰਦੇ ਆਲੇ ਦੁਆਲੇ ਦੇਖਣ, ਵਾਹ ਬੱਲਾ ਬੱਲਾ, ਏਡੇ ਵੱਡੇ ਵੱਡੇ ਮਕਾਨ, ਕੋਠੀਆਂ ਬਣੀਆਂ ਹੋਈਆਂ ਨੇ। ਕੋਠੇ ਮੰਡਪ ਮਾੜੀਆਂ, ਪਾਸੋਂ ਚਿਤਵੀਆਂ, ਪਾਸਿਓਂ ਦੇਖੀਏ ਕਿੱਡੇ ਵੱਡੇ ਵੱਡੀ ਕੰਧਾਂ ਨੇ, ਪਰ ਅੰਦਰ ਪੁੱਛੀਏ ਰਹਿੰਦਾ ਕੌਣ ਹੈ? ਕਹਿੰਦੇ ਜੀ ਇਹ ਤਾਂ 100 ਸਾਲਾਂ ਦੀ ਖਾਲੀ ਹੈ, ਖੰਡਰਾਤ ਹੈ, ਕਹਿੰਦੇ ਇੱਥੇ ਤਾਂ ਕੋਈ ਵੜਦਾ ਵੀ ਨਹੀਂ ਹੈ। ਬਸ ਹਾਲਤ ਇਹ ਹੈ। ਬਾਹਰੋਂ ਅਸੀਂ ਬੜੇ ਸੋਹਣੇ ਕੱਪੜੇ, ਇਹਨੂੰ ਕਿਹਾ ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦੀ ਸਹਿ ਚਾਨਣਾ, ਦਿਲ ਹਨਿਆਰੀ ਰਾਤ। ਢੱਠੀਆਂ ਕਮ ਨਾ ਆਵਨੀ, ਵਿੱਚੋਂ ਸਖਣੀਆਂ। ਅੰਦਰੋਂ ਇਹ ਸਰੀਰ ਮਹਿਲ ਖਾਲੀ ਸਖਣੇ ਪਏ ਹੋਏ ਨੇ, ਕਦੀ ਅੰਦਰ ਬੈਠ ਕੇ ਰੱਬ ਦਾ ਸਿਮਰਨ ਬੰਦਗੀ ਨਹੀਂ ਕੀਤੀ। ਅੰਦਰ ਕਾਲਖ ਹੀ ਕਾਲਖ ਹੈ। ਇਹ ਮਹਿਲ ਸਖਣੇ ਨੇ, ਇੱਥੇ ਰੱਬ ਦੀ ਬੰਦਗੀ ਨਹੀਂ ਹੈ ਜੀ। ਬੱਗਾ ਬੱਗੇ ਕੱਪੜੇ, ਤੀਰਥ ਮੰਜ ਵਸਨ, ਕੋਟ ਕੋਟ ਜੀਆਂ ਖਾਵਣੇ, ਬੱਗੇ ਨਾ ਕਹੀਨ। ਬਾਹਰੋਂ ਅਸੀਂ ਪਾਲੇ ਚਿੱਟੇ ਕੱਪੜੇ। ਬੱਗਾ ਦਾ ਮਤਲਬ ਹੈ ਬਗਲਾ। ਬਗਲਾ ਹੁੰਦਾ ਚਿੱਟੇ ਰੰਗ ਦਾ, ਬੱਗਾ ਰੰਗਾ, ਬਗ ਰੰਗਾ, ਚਿੱਟੇ ਰੰਗ ਦੇ ਕੱਪੜੇ ਪਾਲੇ। ਤੀਰਥਾਂ 'ਤੇ ਜਾ ਕੇ ਵਸ ਗਏ, ਧਰਮ ਸਥਾਨਾਂ 'ਚ ਵਸ ਗਏ। ਕਹਿੰਦੇ ਘੁੱਟ ਘੁੱਟ ਜੀਆਂ ਖਾਵਣੇ, ਪਰ ਹਾਲ ਕੀ ਹੈ? ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਖਾਂਦੇ ਮੁਰਦਾਰ ਪਏ ਹਾਂ ਅਸੀਂ। ਉਹਾਂ ਕਹਿਣ ਨੂੰ ਜੀ ਨਹੀਂ ਜੀ, ਅਸੀਂ ਤਾਂ ਕਦੀ ਖਾਧੇ ਹੀ ਨਹੀਂ ਮਾਸ ਮੂਸ, ਅਸੀਂ ਤਾਂ ਵੈਸ਼ਨੂੰ ਹੁੰਦੇ ਹਾਂ। ਮਹਾਰਾਜ ਕਹਿੰਦੇ ਕਰਦੇ ਕੀ ਪਏ ਹੋ? ਕਹਿੰਦੇ ਤੁਸੀਂ ਕੀ ਕਰ ਰਹੇ ਹੋ? ਕਹਿੰਦੇ ਝੂਠ ਬੋਲ ਮੁਰਦਾਰ ਖਾਏ। ਕਹਿੰਦੇ ਬਾਹਰੋਂ ਤੁਸੀਂ ਹੋਰ ਰਸਤੇ ਤੁਰੇ ਹੋਏ ਹੋ, ਅੰਦਰ ਤੁਹਾਡਾ ਹੋਰ ਹੀ ਚੱਲ ਰਿਹਾ। ਸਾਹਿਬ ਜੀ ਕਹਿੰਦੇ ਇਹ ਕਹਿੰਦੇ ਘੁੱਟ ਘੁੱਟ ਜੀਆਂ ਖਾਵਣੇ, ਬੱਗੇ ਨਾ ਕਈਆਂ। ਉਹਨਾਂ ਨੂੰ ਚਿੱਟੇ ਨਹੀਂ, ਉਹਨਾਂ ਨੂੰ ਧਰਮੀ ਨਹੀਂ ਆਖਿਆ ਜਾ ਸਕਦਾ, ਜਿਹੜੇ ਅੰਦਰੋਂ ਲਹੂ ਪੀ ਰਹੇ ਨੇ ਜੀ। ਸਿਮਲ ਰੁੱਖ ਸਰੀਰ ਮੈਂ ਜਨ ਦੇਖ ਪੁਲਨ, ਸੇ ਫਲ ਕਮ ਨਾ ਆਵਨੀ, ਤੇ ਗੁਣ ਮੈਂ ਤਨ ਹਨ। ਅਸਲ ਦੇ ਵਿੱਚ ਆਕੜਿਆ ਹੋਇਆ ਸਰੀਰ ਕੰਮ ਥੋੜ੍ਹੀ ਆਉਂਦਾ। ਰੁੱਖ ਉਹ ਆਪੇ ਹੀ ਝੁਕ ਜਾਂਦਾ ਜਿਹਨੂੰ ਫਲ ਲੱਗ ਜਾਂਦੇ। ਭਰਿਆ ਹੋਇਆ ਫਲਾਂ ਦਾ ਰੁੱਖ ਆਪੇ ਹੀ ਜ਼ਮੀਨ ਵੱਲ ਆ ਜਾਂਦਾ, ਨਿਮਰਤਾ ਵੱਲ ਆ ਜਾਂਦਾ। ਪਰ ਸਿੰਬਲ ਦਾ ਸੁਭਾਅ ਹੈ, ਸਿੰਬਲ ਰੁੱਖ ਸਰ ਆਇਰਾ, ਅਤ ਦੀਰਘ ਅਤ ਮੁੱਚ, ਓਏ ਜੇ ਆਵੈ ਆਸ ਕਰ ਜਾਏ ਨਿਰਾਸੈ, ਕਿਤ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੈ ਪਤ ਮਿੱਠਤ ਨੀਵੀਂ ਨਾਨਕਾ,
ਗੁਣ ਚੰਗਿਆਈਆਂ ਤਤ ਜਿੰਨੇ ਮਰਜ਼ੀ ਗਿਆਨੀ ਧਿਆਨੀ ਹੋ ਜੇ ਆਕੜੇ ਫਿਰਦੇ ਆ ਨਾ ਸਿਮਲ ਰੁਖ ਸਰੀਰ ਮੈਂ ਜਨ ਦੇਖ ਭੁਲਨ ਆਹੀ ਭੁਲੇਖਾ ਪਾਤਾ ਅਹੰਕਾਰ ਨੇ ਹਉਮੈ ਨੇ ਕਿ ਅੰਦਰ ਬੜਾ ਮੈਂ ਬਹੁਤ ਵੱਡਾ ਹਾਂ ਜੀ ਮੈਂ ਫਲਾਣਾ ਮੈਂ ਗਿਆਨੀ ਧਿਆਨ ਮੈਂ ਕਥਾਵਾਚਕ ਹੁੰਦਾ ਤੁਸੀਂ ਕੌਣ ਹੁੰਦੇ ਹੋ ਮਹਾਰਾਜ ਕਹਿੰਦੇ ਆਹੀ ਲੈ ਬੈਠਾ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ ਕਹਿੰਦੇ ਇਹ ਜਿਹੜੇ ਅਹੰਕਾਰ ਵਾਲੇ ਤੇਰੇ ਅੰਦਰ ਦੇ ਕੰਮ ਨਹੀਂ ਆਉਣ ਵਾਲੇ ਤੇਰੇ ਅੰਦਰ ਗੁਰੂ ਦੇ ਦਿੱਤੇ ਹੋਏ ਗੁਣ ਦੇ ਫਲ ਹੈ ਹੀ ਨਹੀਂ ਜੀ ਅੰਧਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਾਂ ਚੜ ਲੰਘਾ ਕਿਤ ਪਹਿਲਾਂ ਭਾਈ ਇਹ ਭਾਰ ਉਤਾਰ ਕਿ ਉਹ ਮਾੜਾ ਹੈ ਤੇ ਮੈਂ ਚੰਗਾ ਉਹਨੇ ਮੇਰੇ ਨਾਲ ਮਾੜਾ ਕੀਤਾ ਤੇ ਮੈਂ ਉਹਦੇ ਨਾਲ ਬਹੁਤ ਚੰਗਾ ਕੀਤਾ ਉਹ ਇਵੇਂ ਕਿਉਂ ਕਰਦਾ ਮੇਰੇ ਨਾਲ ਉਹ ਕੀਤਾ ਮੈਂ ਇਵੇਂ ਕਰਨਾ ਸੀ ਇਵੇਂ ਨਹੀਂ ਹੋਇਆ ਆਹ ਜਿਹੜਾ ਬੋਝ ਚੱਕਿਆ ਹੋਇਆ ਨਾ ਉਹਦਾ ਵੀ ਨਿਬੇੜਾ ਕਰਨਾ ਉਹਨੂੰ ਵੀ ਵੇਖਣਾ ਘੁੱਟ ਕੇ ਬੰਦਾ ਆਪ ਹੀ ਸੜਦਾ ਅਗਲੇ ਦਾ ਕੁਝ ਨਹੀਂ ਵਿਗੜਦਾ ਸੱਚ ਤੇ ਇਹ ਹੈ ਮਹਾਰਾਜ ਕਹਿੰਦੇ ਅੰਧਲੇ ਭਾਰ ਉਠਾਇਆ ਇੰਨਾ ਭਾਰ ਚੱਕਿਆ ਫਿਰਦੇ ਆ ਸਿਰ ਦੇ ਵਿੱਚ ਅੰਦਰ ਦਿਮਾਗ ਦੇ ਵਿੱਚ ਮਾਨਸਿਕਤਾ ਦੇ ਵਿੱਚ ਕਿਵੇਂ ਤੂੰ ਤੁਰ ਪਏਗਾ ਰੱਬ ਦੇ ਮਾਰਗ ਤੇ ਪ੍ਰੀਤਮ ਦੇ ਦੇਸ਼ ਤੇ ਕਿਵੇਂ ਤੁਰ ਲੇਗਾ ਇਹ ਤੇ ਖੰਨਿਓ ਤਿੱਖੀ ਵਾਲੋ ਨਿੱਕੀ ਵਾਲਾ ਮਾਰਗ ਹੈ ਅੰਧਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਡੂਗਰ ਕਹਿੰਦੇ ਉਚਾਈ ਪਹਾੜ ਵਰਗੀ ਉਚਾਈ ਹੈ ਬਹੁਤ ਰਸਤਾ ਹੈ ਰੱਬ ਦੇ ਮਾਰਗ ਤੇ ਤੁਰਨ ਵਾਲਾ ਤੇ ਭਾਰ ਤੂੰ ਬੜਾ ਚੁੱਕਿਆ ਹੈ ਨਿੰਦਾ ਚੁੰਦਾ ਈਰਖਾ ਦੁਐਸ਼ ਚੁਗਲੀਆਂ ਦਾ ਅੱਖੀਂ ਲੋੜੀ ਨਾ ਲਹਾਂ ਹਉ ਚੜ ਲੰਘਾ ਕਿਤ ਮੈਂ ਵੇਖਦਾ ਤੇ ਮੈਨੂੰ ਰਸਤਾ ਵੀ ਨਹੀਂ ਦਿਖਦਾ ਮਾਇਆ ਦਾ ਅਹੰਕਾਰ ਦਾ ਹਨੇਰਾ ਛਾਇਆ ਹੈ ਮਹਾਰਾਜ ਕਹਿੰਦੇ ਮੈਂ ਕਿਹਦੇ ਕੋਲ ਜਾਵਾਂ ਮੇਰੇ ਅੰਦਰ ਗੁਣ ਹੀ ਨਹੀਂ ਹੈ ਨਾ ਮੈਨੂੰ ਰਸਤਾ ਦਿਸਦਾ ਮੈਂ ਕਿਵੇਂ ਇੰਨਾ ਭਾਰ ਚੱਕ ਕੇ ਹਉ ਚੜ ਲੰਘਾ ਕਿਤ ਕਿਵੇਂ ਪਹੁੰਚਾਂ ਜੀ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟੈ ਜਿਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਜਿੰਨੀਆਂ ਮਰਜ਼ੀਆਂ ਚਲਾਕੀਆਂ ਸਿਆਣਪਾਂ ਮਹਾਰਾਜ ਕਹਿੰਦੇ ਅੰਦਰ ਦੀਆਂ ਮਾੜੀਆਂ ਬਿਰਤੀਆਂ ਕਨਿੰਗਨੈਸ ਜਿੰਨੀ ਮਰਜ਼ੀ ਲਿਆ ਇਹ ਰੱਬ ਦੇ ਦਰ 'ਤੇ ਕੰਮ ਆਉਣ ਵਾਲੀਆਂ ਨਹੀਂ ਆ ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟੈ ਜਿਤ ਅੰਦਰ ਦਾ ਸੁੱਚਾ ਹੋ ਜਾ ਪਵਿੱਤਰ ਹੋ ਜਾ ਰੱਬ ਦਾ ਬੰਦਾ ਭੋਲਾ ਹੁੰਦਾ ਹੈ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ ਜੇ ਜਾਣਾ ਸ਼ਾਹ ਨੰਦੜਾ ਤਾਂ ਥੋੜਾ ਮਾਣ ਕਰੀ ਰੇ ਪਤਾ ਹੁੰਦਾ ਨਾ ਰੱਬ ਨੇ ਤੇ ਭੋਲੇ ਭਾਏ ਬੱਚੇ ਵਾਲੇ ਸੁਭਾਅ 'ਤੇ ਭਾਗ ਲਾ ਦੇਣਾ ਤੇ ਤਾਂ ਮੈਂ ਐਵੇਂ ਥੋੜ੍ਹੀ ਆਕੜਾਂ ਕਰੀ ਫਿਰਦਾ ਅਸੀਂ ਜੀਵਨ ਵਿੱਚ ਸਭ ਤੋਂ ਵੱਧ ਆਨੰਦ ਪਤਾ ਕਦ ਮਾਣਿਆ ਅਸੀਂ ਸੋਚਾਂਗੇ ਨਹੀਂ ਜਿਸ ਦਿਨ ਸਾਨੂੰ ਕਾਮਯਾਬੀ ਮਿਲੀ ਜਿਸ ਦਿਨ ਸਾਡੀ ਟਰਨ ਕਰੋੜਾਂ ਰੁਪਏ ਅਰਬਾਂ ਰੁਪਏ ਹੋ ਗਈ ਜਾਂ ਜਿਸ ਦਿਨ ਸਾਡੇ ਬਿਜ਼ਨਸ ਸੈੱਟ ਹੋ ਗਏ ਜਾਂ ਜਿਸ ਦਿਨ ਸਾਡੀ ਔਲਾਦ ਚੰਗੇ ਕੰਮਾਂ ਨੂੰ ਤੁਰ ਪਈ ਨਹੀਂ ਇਹ ਸਾਰੇ ਸੁੱਖ ਨੇ ਪਰ ਜੇ ਆਨੰਦ ਤੇ ਸੁੱਖ ਨੂੰ ਦੇਖੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਬਾਬਾ ਫਰੀਦ ਕਹਿੰਦੇ ਅਸਲ ਸੁੱਖ ਅਸਲ ਆਨੰਦ ਸਾਡੇ ਜੀਵਨ ਦਾ ਅਸੀਂ ਤਾਂ ਮਾਣਿਆ ਜਦ ਅਸੀਂ ਬੱਚੇ ਸੀ ਉਹ ਵਾਲਾ ਆਨੰਦ ਅਸੀਂ ਜੀਵਨ ਵਿੱਚ ਫਿਰ ਮੁੜ ਕੇ ਮਾਣਿਆ ਨਹੀਂ ਕਿਸੇ ਨੇ ਮਾੜਾ ਵੀ ਕਹਿਤਾ ਤਾਂ ਵੀ ਭੁੱਲ ਗਏ ਕਿਸੇ ਨੇ ਚੰਗਾ ਕਹਿਤਾ ਤਾਂ ਵੀ ਉਹਦੇ ਨਾਲ ਕਿ ਕੋਈ ਲੜ ਵੀ ਪਿਆ ਤਾਂ ਵੀ ਉਹਦੇ ਨਾਲ ਫਿਰ ਗਲਵਕੜੀਆਂ ਪਾ ਕੇ ਇੱਕੋ ਜਿਹਾ ਸੁਭਾਅ ਕਦੀ ਕਿਸੇ ਲਈ ਵੈਰ ਵਿਰੋਧ ਰੱਖਿਆ ਹੀ ਨਹੀਂ ਅੱਜ ਅਸੀਂ ਇੰਨਾ ਵੈਰ ਵਿਰੋਧ ਦਾ ਭਾਰ ਰੱਖ ਲਿਆ ਮਹਾਰਾਜ ਕਹਿੰਦੇ ਉਸ ਤਰ੍ਹਾਂ ਹੀ ਹੋ ਜਾਈਏ ਜਿਸ ਤਰ੍ਹਾਂ ਪਹਿਲੇ ਸੀ ਭੋਲੇ ਭਾਅ ਕੋਈ ਮਨ ਦੇ ਵਿੱਚ ਰਹੀ ਨਹੀਂ ਨਿੰਦਾ ਚਿੰਦਾ ਸਭ ਲਈ ਭਲਾ ਕਰੀਏ ਇਹ ਹੈ ਜੇ ਜਾਣਾ ਸ਼ਾਹ ਨੰਦੜਾ ਇਵੇਂ ਮਹਾਰਾਜ ਕਹਿੰਦੇ ਹੈ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟੈ ਜਿਤ ਆ ਭਾਰ ਤੇਰਾ ਤਾਂ ਛੁੱਟੇਗਾ ਪਈਆਂ ਹੋਈਆਂ ਬੇੜੀਆਂ ਤਾਂ ਛੁੱਟਣੀਆਂ ਜੇ ਆਪਣੇ ਮਨ ਨੂੰ ਹੌਲਾ ਕਰੇਗਾ ਤੇ ਨਾਮ ਵਿੱਚ ਜੁੜੇਗਾ ਜੀ ਸੂਹੀ ਮਹਿਲਾ ਪਹਿਲਾ ਜਪ ਤਪ ਕਾ ਬੰਦ ਬੇੜਲਾ ਜਿਤ ਲੰਘੈ ਬਹਿਲਾ ਨਾ ਸਰਵਰ ਨਾ ਊਛਲੈ ਐਸਾ ਪੰਥ ਸੁਹੇਲਾ ਔਰ ਸੇਤੂ ਬਣਾਈਏ ਇਸ ਭਵ ਸਾਗਰ ਉੱਤੇ ਪੁਲ ਬਣਾਈਏ ਨਾਮ ਦਾ ਜਪ ਤਪ ਕਰ ਇਹ ਤੈਨੂੰ ਇਸ ਭਵ ਸਾਗਰ ਦੁੱਖਾਂ ਤੋਂ ਪਾਰ ਉਤਾਰ ਦੇਗਾ ਨਹੀਂ ਤੇ ਅੱਜ ਤੂੰ ਗੋਤੇ ਖਾ ਰਿਹਾ ਇਹਦੇ ਵਿੱਚ ਡੁੱਬਦਾ ਜਾ ਰਿਹਾ ਇਹ ਲੋਭ ਲਹਿਰ ਅਤ ਨੀਜਰ ਬਾਜੈ ਕਾਇਆ ਡੂਬੈ ਕੇਸਬਾ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਸੋਹੀ ਮਹੱਲਾ ਪਹਿਲਾ ਜਪ ਤਪ ਕਾ ਬੰਦ ਬੇੜੁਲਾ ਜਪ ਤੇ ਤਪ ਦਾ ਬੰਨ ਲਾ ਬੇੜ ਲਾ ਜਿਤ ਲੰਘੈ ਵਹੇਲਾ ਕਹਿੰਦੇ ਤੂੰ ਵੇਲੇ ਸਿਰ ਵਹੇਲਾ ਵੇਲੇ ਸਿਰ ਲੰਘ ਜਾਏਗਾ ਇਹ ਨਾ ਹੋਏ ਕਿ ਜਿਸ ਵੇਲੇ ਤੈਨੂੰ ਬੰਨ ਲਾਉਣ ਦੀ ਮਹਾਰਾਜ ਨੇ ਕਿਹਾ ਕਿ ਵਿਕਾਰਾਂ ਨੂੰ ਰੋਕਣ ਦੀ ਇਹ ਬਿਰਤੀ ਹੈ ਤੂੰ ਉਸ ਵੇਲੇ ਕੀਤੇ ਨਾ ਹੁਣ ਤੂਫਾਨ ਆ ਜੇ ਤੂੰ ਕਹਿੰਦਾ ਮੈਂ ਹੁਣ ਬੰਨ ਲਾ ਲਾ ਹੁਣ ਪੁਲ ਬਣਾ ਲਾ ਨਾ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਵਰ ਜਬ ਉਛਲੈ ਤਬ ਤਰੁਣ ਦੇਹੇਲਾ
ਜਦ ਬੰਨਣ ਦਾ ਵੇਲਾ ਸੀ ਤਾਂ ਤੂੰ ਬਣਿਆ ਨਹੀਂ। ਅੱਜ ਹੀ ਇਸ ਵੇਲਾ ਬੀਤ ਜਹ ਜਨਮ ਅਕਾਜ ਰੇ, ਅੱਜ ਹੀ ਉੱਠ ਕੇ ਕਰੀਏ ਅਸੀਂ। ਮਹਾਰਾਜ ਕਹਿੰਦੇ ਤੂੰ ਸਮੇਂ ਸਿਰ ਲੰਘੇਗਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ। ਨਾਮ ਦਾ ਐਸਾ ਰਸਤਾ ਬਣਾ ਦੇਗਾ ਨਾ ਤੂੰ, ਐਸਾ ਪੁੱਲ ਸੇਤੂ ਬਣ ਜਾਏਗਾ, ਨਾ ਉੱਥੇ ਫਿਰ ਕੋਈ ਲੋਭ ਦੀ, ਨਾ ਕਾਮ ਦੀ, ਨਾ ਕ੍ਰੋਧ ਦੀ, ਨਾ ਨਿੰਦਾ ਦੀ, ਨਾ ਚਿੰਦਾ ਦੀ, ਨਾ ਈਰਖਾ ਦੀ। ਉਹਨੇ ਮੈਨੂੰ ਇਹ ਕਿਹਾ ਨਾ ਇਹਦੀ ਕੋਈ ਵੀ ਲਹਿਰ ਤੈਨੂੰ ਸਪਰਸ਼ ਨਹੀਂ ਕਰ ਸਕੇਗੀ, ਤੂੰ ਬਿਲਕੁਲ ਨਿਰਲੇਪ ਹੋ ਕੇ ਤੁਰੇਂਗਾ ਜੀ। ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ ਰਹਾਓ। ਢੋਲਾ ਕਹਿੰਦੇ ਮੇਰਾ ਖਸਮ ਵਾਹਿਗੁਰੂ ਹੈ, ਇਹਦਾ ਨਾਮ ਪੱਕੇ ਰੰਗ ਦਾ, ਮਜੀਠ ਰੰਗ ਦਾ। ਕਹਿੰਦੇ ਐਸਾ ਮੇਰੇ ਉੱਤੇ ਚੋਲਾ ਹੈ, ਜਿਹੜਾ ਇਹ ਰੰਗ ਲੱਗ ਜੇ ਮੇਰੇ ਮਨ ਉੱਤੇ ਫਿਰ ਇਹ ਰੰਗ ਲੱਥਦਾ ਨਹੀਂ। ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ। ਇਹ ਰੰਗ ਕਿਹਦਾ ਹੈ? ਇਹ ਵਾਹਿਗੁਰੂ ਦੇ ਨਾਮ ਦਾ ਰੰਗ ਹੈ, ਜਿਹੜਾ ਉਤਰਦਾ ਨਹੀਂ ਹੈ ਜੀ। ਰਹਾਓ ਸਾਜਨ ਚਲੇ ਪਿਆਰਿਆ, ਕਿਉ ਮੇਲਾ ਹੋਈ, ਜੇ ਗੁਣ ਹੋਵੇ ਗੰਠੜੀਐ, ਮੇਲੇਗਾ ਸੋਈ। ਬੰਦਾ ਕਹਿੰਦਾ ਮੈਂ ਸਿਮਰਨ ਕਰ ਰਿਹਾ, ਮਾਰੇ ਕਹਿੰਦੇ ਸਤਸੰਗੀ ਜਨ ਜੇ ਕੋਈ ਪੁੱਛ ਲੇ, ਦੱਸ ਗੰਢ ਖੋਲ ਕੇ ਦਿਖਾ ਤੇ ਤੂੰ ਲੈ ਕੇ ਕੀ ਚਲਿਆ ਰੱਬ ਦੇ ਰਸਤੇ ਤੇ ਫਿਰ ਮਾਰੇ ਕਹਿੰਦੇ ਕਿਸ ਪੈ ਕੋਲੋਂ ਗੰਠੜੀ ਦੁਖੀ ਭਾਰੇ ਆਇਆ। ਲੈ ਅੱਗਾ ਬੰਦਾ ਮੱਥੇ ਤੇ ਹੱਥ ਮਾਰੇ, ਤੂੰ ਰੱਬ ਦੇ ਰਸਤੇ ਤੇ ਇਹ ਕਿਹੜੀਆਂ ਗੰਢਾਂ ਲੈ ਕੇ ਤੁਰੀਆਂ ਫਿਰਦਾ? ਆ ਨਿੰਦਾ ਚਿੰਦਾ ਦੀ ਤੂੰ ਗੰਢ ਬੰਨੀ ਫਿਰਦਾ, ਈਰਖਾ ਦੁਆਇਸ਼ ਦੀ ਗੰਢ ਬੰਨੀ ਫਿਰਦਾ, ਇਹ ਨਹੀਂ ਪਹੁੰਚ ਸਕਦਾ ਤੂੰ ਰੱਬ ਦੇ ਦਰ ਤੇ। ਇਹ ਛੱਡ ਦੇ, ਤੂੰ ਕਹਿੰਦਾ ਮੈਂ ਸਿਮਰਨ ਕਰ ਰਿਹਾ ਵਾਹਿਗੁਰੂ ਦਾ, ਮੈਂ ਬੰਦਗੀ ਕਰ ਰਿਹਾ, ਮੈਂ ਪਾਠ ਕਰ ਰਿਹਾ। ਇਹ ਗੰਢ ਲਾ ਆਪਣੇ ਸਿਰ ਦੇ ਉੱਤੋਂ। ਇਹ ਗੁਣਾਂ ਵਾਲੀ ਗੰਢ ਜੇ ਤੇਰੇ ਕੋਲ ਹੋਏਗੀ, ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ, ਇਹ ਨਿਵਣ ਸੋ ਅੱਖਰ ਖਵਣ ਗੁਣ। ਜੇਵਾ ਖਿਵਣ ਦਾ ਮਤਲਬ ਹੈ ਮਾਫ ਕਰਨ ਦਾ, ਸਭ ਨੂੰ ਮਾਫ ਕਰਨ ਦਾ ਗੁਣ ਤੇਰੇ ਅੰਦਰ ਹੋਏਗਾ ਗੰਢ ਦੇ ਵਿੱਚ ਮਨ ਰੂਪੀ, ਤਾਂ ਤੂੰ ਰੱਬ ਦੇ ਦਰ ਤੇ ਤੁਰ ਸਕੇਂਗਾ। ਇਹ ਤੋਸਾ ਹੈ। ਇਹਨੂੰ ਕਿਹਾ ਸਾਜਣ ਚਲੇ ਪਿਆਰਿਆ, ਕਿਉਂ ਮੇਲਾ ਹੋਈ। ਮੈਂ ਸੁਣਿਆ ਤੂੰ ਵੀ ਸਿਮਰਨ ਕਰ ਰਹੀ ਹੈ, ਤੂੰ ਵੀ ਸਿਮਰਨ ਕਰ ਰਿਹਾ। ਸਾਜਣ ਚਲੇ ਪਿਆਰਿਆ ਮਤਲਬ ਤੂੰ ਤੁਰਿਆ ਵਾਹਿਗੁਰੂ ਦੇ ਮਾਰਗ ਤੇ, ਪਰ ਕੀ ਮਿਲੇਂਗਾ ਤੂੰ? ਕਿ ਕਿਉਂ ਮੇਲਾ ਦਾ ਮਤਲਬ ਕਿਵੇਂ ਮਿਲੇਂਗਾ? ਕਹਿੰਦੇ ਕਿਉਂ ਮੇਰੇ 'ਚ ਕੀ ਬੁਰਾਈ ਹੈ? ਕਹਿੰਦੇ ਆ ਫਿਰ ਆਪਣੇ ਮਨ ਦੀ ਗੰਢ ਖੋਲ ਕੇ ਵੇਖੀਏ, ਤੇਰੀ ਗੰਢ 'ਚ ਕੀ ਹੈ ਤੇ ਮੇਰੀ ਗੰਢ 'ਚ ਕੀ ਹੈ। ਕਹਿੰਦੇ ਅੱਗੋਂ ਗੰਢ ਖੋਲੀ, ਕਹਿੰਦੇ ਜੇ ਗੁਣ ਹੋਵੇ ਗੰਠੜੀ ਹੈ, ਮੇਲੇਗਾ ਸੋਈ। ਤੇਰੀ ਤੇ ਗੰਢ ਮਨ ਰੂਪੀ ਗੰਢ 'ਚ ਜਿਹੜੀ ਤੂੰ ਪੰਡ ਚੱਕੀ ਫਿਰਦਾ, ਇੱਕ ਵੀ ਗੁਣ ਨਹੀਂ ਹੈ ਤੇਰੇ ਅੰਦਰ। ਤੇ ਸਹਿਜ ਦਾ ਗੁਣ ਹੋਣਾ ਚਾਹੀਦਾ ਸੀ, ਸੀਲ ਸੰਤੋਖ ਦਾ ਗੁਣ ਹੋਣਾ ਚਾਹੀਦਾ ਸੀ। ਉਹ ਗੁਣ ਹੋਏਗਾ ਤਾਂ ਹੀ ਉਹ ਰੱਬ ਮਿਲੇਗਾ ਜੀ। ਮਿਲਿਆ ਹੋਏ ਨਾ ਵਿਛੜੈ, ਜੇ ਮਿਲਿਆ ਹੋਈ, ਆਵਾ ਗੌਣ ਨਿਵਾਰਿਆ ਹੈ ਸਾਚਾ ਸੋਈ। ਇੱਕ ਵਾਰੀ ਜੇ ਇਸ ਰਸਤੇ ਤੇ ਗੁਣਾਂ ਵਾਲੇ ਪੰਡ ਨੂੰ ਚੱਕ ਕੇ ਤੁਰ ਪਾਓ, ਫਿਰ ਮਿਲ ਜਾਓਗੇ, ਫਿਰ ਕੋਈ ਵਿਛੋੜ ਨਹੀਂ ਸਕੇਗਾ। ਆਵਾਗਮਨ ਖਤਮ ਹੋਏਗਾ, ਪਾਰ ਬ੍ਰਹਮ ਪਰਮੇਸ਼ਵਰ ਦੇ ਸਿਮਰਨ 'ਚ ਚਿੱਤ ਜੁੜੇਗਾ ਜੀ। ਹਉ ਮੈਂ ਮਾਰ ਨਿਵਾਰਿਆ, ਸੀਤਾ ਹੈ ਚੋਲਾ, ਗੁਰ ਬਚਨੀ ਫਲ ਪਾਇਆ, ਸਹਿ ਕੇ ਅੰਮ੍ਰਿਤ ਬੋਲਾ। ਹੁਣ ਅਸੀਂ ਜਪ ਬਾਣੀ 'ਚ ਰੋਜ਼ ਪੜ੍ਹਦੇ ਹਾਂ, ਤਿੱਥੈ ਸੀਤੋ ਸੀਤਾ ਮਹਿਮਾ ਮਾਹੀ। ਉਹ ਐਸੀ ਅਵਸਥਾ ਹੈ, ਇਹ ਪੰਜ ਖੰਡਾਂ ਦਾ ਜ਼ਿਕਰ ਕੀਤਾ, ਧਰਮ ਖੰਡ ਹੈ, ਗਿਆਨ ਖੰਡ ਹੈ, ਕਰਮ ਖੰਡ ਹੈ, ਸ਼ਰਮ ਖੰਡ ਹੈ, ਸੱਚ ਖੰਡ ਹੈ। ਇਸ ਅਵਸਥਾ ਦੇ ਵਿੱਚ ਜਦ ਅਸੀਂ ਵਾਹਿਗੁਰੂ ਦੇ ਰਸਤੇ 'ਤੇ ਤੁਰਦੇ ਹਾਂ, ਫਿਰ ਸਾਡਾ ਮਨ ਇਵੇਂ ਹੋ ਜਾਂਦਾ ਗੁਰੂ ਦੇ ਸ਼ਬਦ ਨਾਲ, ਜਿਵੇਂ ਕੱਪੜੇ ਦੇ ਨਾਲ ਕੱਪੜਾ ਰੱਖ ਕੇ ਸੀਤਾ ਜਾਏ ਤੇ ਇੱਕੋ ਜਿਹਾ ਹੋ ਜਾਂਦਾ, ਉਹ ਇੱਕੋ ਹੀ ਰੂਪ ਬਣ ਜਾਂਦਾ। ਇਵੇਂ ਮੇਰਾ ਮਨ ਵਾਹਿਗੁਰੂ ਜੀ ਦੇ ਸਿਮਰਨ ਦੇ ਵਿੱਚ ਸੋਇਨੇ ਕੀ ਸੂਈ, ਰੂਪੇ ਕਾ ਧਾਗਾ, ਨਾਮੇ ਕਾ ਚਿੱਤ, ਹਰ ਸਿਉ ਲਾਗਾ। ਇਹਨੂੰ ਸਾਹਿਬ ਜੀ ਕਹਿੰਦੇ ਆ ਕਿ ਇਵੇਂ ਮੇਰਾ ਸੀਤਾ ਗਿਆ ਚੋਲਾ, ਹਉ ਮੈਂ ਮਾਰ ਨਿਵਾਰਿਆ, ਸੀਤਾ ਹੈ ਚੋਲਾ। ਮੇਰਾ ਅੰਦਰ ਮਨ ਵਾਹਿਗੁਰੂ ਦੇ ਸਿਮਰਨ ਵਿੱਚ ਆ ਮੈਂ ਨਾਮ ਦਾ ਚੋਲਾ ਪਾ ਲਿਆ। ਕਿਹੜਾ? ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਾਏ। ਲੱਭ ਵਾਲਾ ਨਹੀਂ, ਨਾਮ ਵਾਲਾ। ਗੁਰਬਚਨੀ ਫਰ ਪਾਇਆ, ਸ਼ਹਿ ਕੇ ਅੰਮ੍ਰਿਤ ਬੋਲਾ। ਸ਼ਹਿ ਕੇ ਵਾਹਿਗੁਰੂ ਦੇ ਨਾਮ ਦਾ ਜਿਹੜਾ ਬਚਨ ਹੈ ਨਾ, ਸੁਭਾਖਿਆ, ਜਦ ਤੂੰ ਉਹ ਬੋਲੇਂਗਾ ਤੇ ਗੁਰੂ ਦੇ ਬਚਨ ਨਾਲ ਤੈਨੂੰ ਨਾਮ ਦਾ ਫਲ ਮਿਲੇਗਾ ਜੀ। ਨਾਨਕ ਕਹਿ ਸਹੇਲੀ ਹੋ, ਸਹੁ ਖਰਾ ਪਿਆਰਾ, ਹਮ ਸਹਿ ਕੇਰੀਆਂ ਦਾਸੀਆਂ, ਸਾਚਾ ਖਸਮ ਹਮਾਰਾ। ਇਹ ਜੀਵ ਇਸਤਰੀਓ, ਆ ਸਤਸੰਗੀ ਜਨਾਂ ਨੂੰ ਗੁਰੂ ਨਾਨਕ ਸਾਹਿਬ, ਨਾਨਕ ਦੇ ਕੱਕੇ ਨੂੰ ਔਂਕੜ ਹੈ, ਦੇਖੋ ਤੁਸੀਂ। ਨਾਨਕ ਕਹਿ ਸਹੇਲੀਓ, ਹੇ ਮੇਰੀ ਜੀਵ ਇਸਤਰੀਓ, ਸਤਸੰਗੀ ਜਨੋ,
ਸ਼ਹੁ ਖਰਾ ਪਿਆਰਾ, ਉਹਦਾ ਉਹ ਬਹੁਤ ਚੰਗਾ ਹੈ, ਉਹ ਬੜਾ ਪਿਆਰਾ ਹੈ ਵਾਹਿਗੁਰੂ। ਉਹ ਸਦਾ ਹੀ ਚੰਗੇ ਨੂੰ ਚੰਗਾ ਕਰਦਾ ਅਤੇ ਮੰਦੇ ਦਾ ਵੀ ਚੰਗਾ ਕਰਦਾ। ਇਸ ਕਰਕੇ ਹਮ ਸ਼ਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ। ਇਹ ਵਾਹਿਗੁਰੂ ਇੱਕ ਖਸਮ ਹੈਗਾ, ਅਸੀਂ ਸਾਰੀਆਂ ਉਹਦੀਆਂ ਦਾਸੀਆਂ ਹੈਗੀਆਂ, ਅਸੀਂ ਉਹਦੀਆਂ ਹੀ ਨਾਰ ਹੈਗੀਆਂ, ਉਹਨੂੰ ਪੁਕਾਰੀਏ। ਬਸ ਇੱਕ ਸ਼ਬਦ ਹੋਰ ਅੱਜ ਦੀ ਲੜੀ ਦਾ 5-7 ਮਿੰਟ ਹੋਰ ਆਪ ਸੰਗਤ ਦਿਓ, ਫਿਰ ਅਸੀਂ ਸਮਾਪਤੀ ਕਰੀਏ ਜੀ। ਸੋਹੀ ਮਹਿਲਾ ਪਹਿਲਾ, ਜਿਨ ਕਉ ਭਾਂਡੈ ਪਾਉ ਤਿਨਾ ਸਵਾਰਸੀ। ਸੁਖੀ ਕਰੈ ਪਸਾਉ ਦੁਖ ਵਿਸਾਰਸੀ। ਸਹਿਸਾ ਮੂਲੇ ਨਾਹੀ ਸਰ ਪਰ ਤਾਰਸੀ। ਕਿਉਂਕਿ ਇਹ ਲੜੀ ਬਣੀ ਹੋਈ ਹੈ ਤੇ ਇਹ ਸ਼ਬਦ ਅਤ ਲਾਜ਼ਮੀ ਹੈ ਹੁਣ ਵਿਚਾਰਨਾ। ਸੂਹੀ ਮਹੱਲਾ ਪਹਿਲਾ, ਜਿਨ ਕਉ ਭਾਂਡਾ ਭਾਓ। ਆ ਬਈ ਮੈਂ ਤੇਰਾ ਭਾਂਡਾ, ਹੁਣ ਤੂੰ ਕਹਿੰਦੀ ਆ ਮੇਰੇ ਭਾਂਡੇ ਦੀ ਰੂਪੀ ਗੰਢ ਵਿੱਚ ਗੁਣ ਹੈ ਹੀ ਨਹੀਂ, ਹੁਣ ਮੈਂ ਗੁਣ ਕਿਵੇਂ ਪੈਦਾ ਕਰਾਂ? ਗੱਲ ਤੇ ਇਹ ਹੈ, ਮੈਂ ਨਿੰਦਾ ਚਿੰਦਾ ਬਾਹਰ ਸੁੱਟ ਕੇ ਗੁਰੂ ਦੇ ਸਹਿਜ ਸੰਤੋਖ ਸ਼ਿੰਗਾਰੀਆਂ ਵਾਲੇ ਗੁਣ, ਜਾਂ ਅੰਦਰ ਭੈਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਆਂ ਲਾਗੇ ਜਾਂ ਸ਼ੌ ਧਰੇ ਪਿਆਰੋ। ਹੁਣ ਹਾਲ ਹੈ ਇਆਣੀ ਬਾਲੀ ਕਿਆ ਕਰੇ, ਜਾਂ ਧਨ ਕੰਤ ਨਾ ਭਾਵੇ, ਕਰਨ ਪਲਾ ਕਰੇ ਬਹੁ ਤੇਰੇ। ਕਹਿੰਦੇ ਮੈਂ ਬਹੁਤ ਵਲਛਲ ਕਰਕੇ ਦੇਖ ਲਏ, ਸਾ ਧਨ ਮਹਿਲ ਨਾ ਪਾਵੇ। ਕਹਿੰਦੇ ਕਿਹੜਾ ਕਿਵੇਂ ਪਾ? ਫਿਰ ਜਾਏ ਪੁੱਛੋ ਸੁਹਾਗਣੀ ਵਾਹੇ, ਕਿਨੀ ਬਾਤੀ ਸ਼ਹੁ ਪਾਈ ਹੈ। ਫਿਰ ਕਿਵੇਂ ਮਿਲੇਗਾ? ਜੋ ਕਿਛ ਕਰੇ ਸੋ ਭਲਾ ਕਰ ਮਾਨੀਆਂ ਹਿਕਮਤ ਹੁਕਮ ਚੁਕਾਈਏ। ਬਸ ਇੱਕ ਕੰਮ ਕਰ, ਇੱਕ ਚਲਾਕੀਆਂ ਛੱਡ ਦੇ, ਇੱਕ ਅੰਦਰ ਦੀ ਹਉਮੈ ਸਿਆਣਪਾਂ ਹਿਕਮਤ ਕਿਹਾ, ਤੇ ਹੁਕਮ ਅਹੰਕਾਰ ਛੱਡ ਦੇ। ਬਸ ਚਲਾਕੀਆਂ ਤੇ ਅਹੰਕਾਰ ਛੱਡ ਦੇਂਗੀ, ਫਿਰ ਦੇਖ ਤੇਰੀ ਮਨ ਰੂਪੀ ਭਾਂਡੇ ਰੂਪੀ ਪੰਡ 'ਚ ਜਿਨ ਕੋ ਭਾਂਡਾ ਭਾਓ ਤਿਨਾ ਸਵਾਰ ਸੀ। ਫਿਰ ਪਿੱਛੇ ਭਾਓ ਹੀ ਰਹਿ ਜਾਏਗਾ, ਪ੍ਰੇਮ ਹੀ ਰਹਿ ਜਾਏਗਾ। ਚਲਾਕੀ ਤੇ ਹਉਮੈ ਨਿਕਲ ਜਾਏ ਨਾ, ਪਿੱਛੇ ਪ੍ਰੇਮ ਰਹਿ ਜਾਂਦਾ ਇਸ ਭਾਂਡੇ ਵਿੱਚ। ਇਹ ਪ੍ਰੇਮ ਜਦ ਹੋਏਗਾ ਤੇਰਾ ਭਾਂਡਾ ਸਵਰ ਜਾਏਗਾ। ਸੁਖੀ ਕਰੈ ਪਸਾਓ ਦੁੱਖ ਵਿਸਾਰ ਸੀ। ਸੁਖੀ ਦਾ ਮਤਲਬ ਸੁੱਖਾਂ ਦੇ ਵਿੱਚ ਹੀ ਤੂੰ ਫਿਰ ਜੀਵੇਂਗੀ, ਦੁੱਖ ਵਿਸਰ ਜਾਏਗਾ। ਸਸਾ ਮੁਲੇ ਨਾਹੇ ਸਰ ਮੂਲੇ ਨਾਹੇ ਸਰ ਪਰ ਤਾਰਸੀ। ਤੇਰੇ ਮਨ 'ਚ ਸਹਿਮ ਨਹੀਂ ਰਹੇਗਾ, ਡਰ ਨਹੀਂ ਰਹੇਗਾ, ਤੇਰੇ ਮਨ 'ਚ ਚਿੰਤਾ ਨਿੰਦਾ ਚਿੰਦਾ ਨਹੀਂ ਰਹੇਗੀ। ਸਿਰਫ ਤੇਰੇ ਅੰਦਰ ਪਾਰ ਬ੍ਰਹਮ ਦਾ ਸਿਮਰਨ ਹੈ। ਸਰ ਪਰ ਜ਼ਰੂਰ ਤੇਰਾ ਵਾਹਿਗੁਰੂ ਤੈਨੂੰ ਤਾਰੇਗਾ ਜੀ। ਤਿਨਾ ਮਿਲਿਆ ਗੁਰ ਆਏ, ਜਿਨ ਕਉ ਲੀਖਿਆ। ਅੰਮ੍ਰਿਤ ਹਰ ਕਾ ਨਾਉ ਦੇਵੈ ਦੀਖਿਆ। ਚਾਲਹਿ ਸਤਿਗੁਰ ਪਾਏ, ਭਵੈ ਨਾ ਭੀਖਿਆ। ਜਿਹਦੇ ਮਸਤਕ ਤੇ ਗੁਰੂ ਨੇ ਭਾਗ ਲਿਖ ਦਿੱਤੇ ਨਾ, ਫਿਰ ਉਹਨੇ ਮਿਲਣਾ ਹੀ ਮਿਲਣਾ ਹੈ, ਉਹਨੂੰ ਕੋਈ ਵਿਛੋੜ ਨਹੀਂ ਸਕਦਾ। ਨਾਨਕ ਗੁਰਮੁਖ ਮਿਲ ਰਹਾ ਹੈ, ਫਿਰ ਵਿਛੋੜਾ ਕਦੇ ਨਾ ਹੋਏ। ਅੰਮ੍ਰਿਤ ਹਰ ਕਾ ਨਾਉ ਦੇਵੈ ਦੀਖਿਆ। ਇਹੀ ਦੀਖਿਆ ਹੈ, ਇਹ ਗੁਰ ਹੈ। ਇਹੀ ਗੁਰ ਦਾ ਮਤਲਬ ਹੈ ਉਪਦੇਸ਼ ਹੈ, ਇਹੀ ਸਿੱਖਿਆ ਹੈ ਗੁਰੂ ਦਿੰਦੇ ਨੇ। ਚੱਲਹਿ ਸਤਿਗੁਰ ਭਾਏ, ਭਵੈ ਨਾ ਭੀਖਿਆ। ਫਿਰ ਕਿਤੇ ਹੋਰ ਭਿੱਖਿਆ ਭੱਜਣ ਦੀ, ਭਿੱਖ ਲੈਣ ਦੀ, ਮੰਗਣ ਦੀ ਲੋੜ ਨਹੀਂ ਪੈਂਦੀ ਤੈਨੂੰ, ਕਿਉਂਕਿ ਇਹ ਉਪਦੇਸ਼ ਬੜਾ ਸੋਹਣਾ ਹੈ। ਮਹਾਰਾਜ ਕਹਿੰਦੇ ਤਿਨ ਕੋ ਕਿਆ ਉਪਦੇਸੀ ਹੈ, ਜਿਨ ਗੁਰੂ ਨਾਨਕ ਦਿਓ। ਉਹਨਾਂ ਨੂੰ ਕੌਣ ਕੀ ਦੇ ਸਕਦਾ ਜਿਹਦੇ ਹਿਰਦੇ 'ਚ ਗੁਰੂ ਨਾਨਕ ਸਾਹਿਬ ਦੀ ਬਰਕਤਾਂ ਵਰਤ ਗਈਆਂ ਜੀ। ਜਾਂ ਕਉ ਮਹਿਲ ਹਜ਼ੂਰ ਦੂਜੇ ਨਿਵੈ ਕਿਸ। ਦਰ ਦਰ ਵਾਣੀ ਨਾਹੇ ਮੂਲੇ ਪੁੱਛ ਤਿਸ। ਛੁਟੈ ਤਾਂ ਕੈ ਬੋਲ ਸਾਹਿਬ ਨਦਰ ਜਿਸ। ਜਾ ਕਉ ਮਹਿਲ ਹਜ਼ੂਰ ਦੂਜੇ ਨਿਵੈ ਕਿਸ। ਜਦ ਪਤਾ ਹੈ ਜਿਹ ਦਰ ਆਵਤ ਜਾਤ ਹੋ ਹਟਕੇ ਨਾਹੀ ਕੋਏ। ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇਹ ਦਰ ਵੇਖ ਲਿਆ, ਇਹ ਦਰ ਵੇਖਣ ਤੋਂ ਬਾਅਦ ਵੀ ਕਿਸੇ ਹੋਰ ਦਰ ਤੇ ਸਿਰ ਝੁਕਾਏ, ਫਿਰ ਮਹਾਰਾਜ ਕਹਿੰਦੇ ਤ੍ਰਿਗ ਹੈ। ਜਦ ਇਹ ਪਤਾ ਹੈ ਕਿ ਇਸ ਵਰਗਾ ਦਰ ਕੋਈ ਹੈ ਹੀ ਨਹੀਂ, ਗੁਰੂ ਨਾਨਕ ਸਾਹਿਬ ਵਰਗਾ ਕੋਈ ਬਖਸ਼ਿਸ਼ ਭਰਪੂਰ ਕੋਈ ਐਸਾ ਦਰ ਇਸ ਧਰਤੀ ਤੇ ਹੋਰ ਕੋਈ ਹੋਏ ਤੇ ਹੋਏ, ਪਰ ਹੈ ਹੀ ਨਹੀਂ, ਇਸ ਵੇਲੇ ਹੋ ਹੀ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਪ੍ਰਤੱਖ ਹਾਰ ਨੇ। ਜੇ ਇੱਥੇ ਆ ਕੇ ਵੀ ਹੋਰ ਪਾਸੇ ਜਾਣਾ, ਜਾ ਕੋ ਮਹਿਲ ਹਜ਼ੂਰ ਦਿਖ ਰਿਹਾ, ਦੂਜਾ ਨਿਵੈ ਕਿਸ। ਫਿਰ ਦੂਜੇ ਦੇ ਅੱਗੇ ਕਿਉਂ ਝੁਕਣਾ? ਦਰ ਦਰਵਾਣੀ ਨਾਹੇ ਮੂਲੇ ਪੁੱਛ ਤਿਸ। ਤੂੰ ਆਪਣੇ ਮਨ ਦੀ ਦਰਵਾਣੀ ਕਰ, ਦੂਜਿਆਂ ਦੀ ਦਰਬਾਣੀ ਕਰਨੀ ਛੱਡ ਦੇ, ਚੌਕੀਦਾਰੀ ਕਰਨੀ ਛੱਡ ਦੇ। ਉਹ ਕੀ ਕਰ ਰਿਹਾ, ਉਹ ਕਿਵੇਂ ਕਰ ਰਿਹਾ, ਉਹਨੇ ਇਹ ਕਿਉਂ ਕੀਤਾ, ਉਹਨੇ ਉਹ ਕਿਉਂ ਕੀਤਾ। ਆਪਣੇ ਦਰਬਾਣੀ ਕਰ ਲੈ, ਆਪਣੇ ਦਿਲ ਨੂੰ ਵੇਖ ਲੈ। ਦਿਲ ਦਰਵਾਨੀ ਜੋ ਕਰੈ ਦਰਵੇਸ਼ੀ ਦਿਲ ਰਾਸ। ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਇਹ ਵਾਲੀ ਦਰਬਾਣੀ ਕਰ। ਮੂਲੇ ਪੁੱਛ ਤਿਸ,
ਵਾਹਿਗੁਰੂ ਨੂੰ ਪੁੱਛ, ਛੂਟੈ ਤਾਕੈ ਬੋਲ ਸਾਹਿਬ ਨਦਰ ਜਿਸ, ਤੇ ਇੱਕ ਗੁਰੂ ਦੇ ਸ਼ਬਦ ਜਿਹਨੂੰ ਬੋਲ ਆਖਿਆ ਉਹਨੂੰ ਧਿਆ, ਤੂੰ ਵਾਹਿਗੁਰੂ ਦੀ ਨਦਰ ਦਾ ਪਾਤਰ ਬਣੇਗਾ। ਆਓ ਜੀ ਅੰਤਮ ਤੁਕਾਂ ਸਰਵਣ ਕਰੀਏ ਜੀ। ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ, ਢਾਹੇ ਉਸਾਰੇ ਸਾਜ ਜਾਣੈ ਸਭ ਸੋਏ, ਨਾਉ ਨਾਨਕ ਬਖਸ਼ੀਸ਼ ਨਦਰੀ ਕਰਮ ਹੋਏ। ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ, ਘੱਲਣ ਵਾਲਾ ਵੀ ਉਹ ਹੈ ਤੇ ਬੁਲਾਉਣ ਵਾਲਾ ਵੀ ਉਹ ਹੈ। ਮਤਾ ਕੋਈ ਹੋਰ ਹੋਏ ਜਿਹੜਾ ਸਾਨੂੰ ਜਨਮ ਦੇਣ ਵਾਲਾ ਜਾਂ ਸਾਨੂੰ ਬੁਲਾਉਣ ਵਾਲਾ, ਖਤਮ ਕਰਨ ਵਾਲਾ ਨਹੀਂ। ਢਾਹੇ ਉਸਾਰੇ ਸਾਜ ਜਾਣੈ ਸਭ ਸੋਏ, ਉਹ ਸਭ ਕੁਝ ਜਾਣਦਾ ਹੈ। ਢਾਉਣ ਵਾਲਾ ਵੀ ਉਹ ਹੈ, ਉਸਾਰਨ ਵਾਲਾ ਵੀ ਉਹ ਹੈ। ਜਨਮ ਮਰਨ ਉਹਦਾ ਹੀ ਦਿੱਤਾ ਹੋਇਆ। ਨਾਉ ਨਾਨਕ ਬਖਸ਼ੀਸ਼ ਨਦਰੀ ਕਰਮ ਹੋਏ, ਨਾਮ ਨਾਲ ਹੀ ਤੂੰ ਇਸ ਜਨਮ ਤੇ ਮਰਨ ਦੇ ਵਿਚਕਾਰ ਆਪਣੇ ਜੀਵਨ 'ਚ ਬਖਸ਼ੀਸ਼ ਦਾ ਪਾਤਰ ਬਣ। ਉਹ ਨਾਮ ਨਾਲ ਹੀ ਬਣਿਆ ਜਾ ਸਕਦਾ ਹੈ। ਇੱਥੇ ਸਮੇਂ ਦੀ ਸਮਾਪਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਦੀ ਅਗਮੀ ਬਾਣੀ ਨੂੰ ਵਿਚਾਰਨ ਦਾ ਸੁਭਾਗ ਮਿਲਿਆ। ਥੋੜ੍ਹਾ ਥੋੜ੍ਹਾ ਸਮੁੰਦਰ ਵਿੱਚੋਂ ਇੱਕ ਬੂੰਦ ਵੀ ਸੱਚੇ ਪਾਤਸ਼ਾਹ ਮਿਹਰ ਕਰਿਓ ਸਾਡੇ ਜੀਵਨ ਵਿੱਚ ਵਸ ਜਾਏ, ਸਾਡਾ ਜੀਵਨ ਤਬਦੀਲ ਹੋਏ। ਆਪ ਸਾਰਿਆਂ ਦਾ ਧੰਨਵਾਦ ਹੈ। ਭਾਈ ਸਾਹਿਬ ਜੀ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।